ਮਾਨਸਾ ਪਹੁੰਚੇ ਹਾਂ। ਮਾਨਸਾ ਜਦੋਂ ਇਸ ਸ਼ਹਿਰ ਦੀ ਗੱਲ ਕਰਦਾ ਤਾਂ ਮੈਨੂੰ ਗੁਰਨਾਮ ਭੁੱਲਰ ਦਾ ਗੀਤ ਯਾਦ ਆਉਂਦਾ ਹੈ। ਗੀਤ ਦੇ ਬੋਲ ਨੇ, ਰੌਲਾ ਤਾਂ ਪਹਿਲਾਂ ਸੀ ਹੁਣ ਮਸਲਾ ਬਣ ਗਿਆ ਹੈ। ਰੌਲਾ ਤਾਂ ਪਹਿਲਾਂ ਸੀ ਹੁਣ ਮਸਲਾ ਬਣ ਗਿਆ, ਮਾਨਸਾ ਮਸਲਾ ਬਣ ਚੁੱਕਾ ਹੈ। ਉਹ ਨੌਜਵਾਨਾਂ ਦਾ ਵਿੱਚ ਐਵੇਂ ਉਹਨਾਂ ਦੀ ਮਿਸਅੰਡਰਸਟੈਂਡਿੰਗ ਹੈ ਤੇ ਨਾਲ ਜਾਣੀ ਪਾਰਟੀ ਤੋਂ ਥੋੜੀ ਜਿਹੀ ਗਲਤੀ ਹੋ ਗਈ। ਉਮੀਦ ਤਾਂ ਕੀਤੀ ਜਾਂਦੀ ਹੈ ਵੀ ਜਿਹੜਾ ਨਵਾਂ ਚਿਹਰਾ ਆਇਆ ਵੀ ਅੱਛਾ ਗਾਇਕ ਹੈ, ਪੜ੍ਹਿਆ ਲਿਖਿਆ ਮੁੰਡਾ ਹੈ, ਨੌਜਵਾਨ ਹੈ, ਵੀ ਉਹ ਕੋਈ ਸਿਆਣੀ ਗੱਲ ਕਰਦਾ, ਪਰ ਉਹ ਲੱਗਦਾ ਉਲਝ ਕੇ ਰਹਿ ਗਿਆ। ਉਹਨੇ ਇਹ ਵੀ ਕਿਹਾ ਕਿ ਮੇਰੇ ਬਜ਼ੁਰਗ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ। ਲੇਕਿਨ ਅੱਜ ਤੁਹਾਡੇ ਬੋਲਾਂ ਦੇ ਵਿੱਚ ਜੋ ਮੈਂ ਫੇਰ ਬਦਲ ਦੇਖ ਰਿਹਾ, ਇਹ ਜੋ ਤਰੀਕਾ ਜਾਂ ਨਜ਼ਰੀਆ ਤੁਹਾਡਾ ਬਦਲਿਆ, ਇਹਦੀ ਵਜ੍ਹਾ ਕੀ ਹੈ? ਤੇ ਘਰ ਆਇਆ ਵੀ ਸੀਗਾ ਤਾਂ ਮਹਿਜ਼ ਇੱਕ ਫਾਰਮੈਲਿਟੀ ਆਪਾਂ ਕਹਿ ਸਕਦੇ ਹਾਂ, ਪਰ ਮੈਨੂੰ ਉਹਦੀਆਂ ਗੱਲਾਂ ਬਾਤਾਂ 'ਚ ਉਹਦੇ ਲਹਿਜੇ 'ਚ ਕੋਈ ਇਸ ਤਰ੍ਹਾਂ ਹੀ ਲੱਗਿਆ ਵੀ ਉਹ ਇਸ ਪੱਖੋਂ ਕੋਈ ਆਸ਼ੀਰਵਾਦ ਲੈਣ ਆਇਆ ਸੀ। ਤੁਹਾਡੇ ਪਾਰਟੀ ਦੇ ਜਿਹੜੇ ਇਨਰ ਸਰਕਲ ਦੇ ਲੋਕ ਹੈਗੇ ਆ, ਉਹਨਾਂ ਦਾ ਫੇਰ ਤੁਹਾਡੇ ਤੁਸੀਂ ਕਿਹਾ ਕਿ ਮੈਂ ਮਾਨਸਾ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ, ਮਾਨਸਾ ਦੇ ਲੋਕਾਂ ਦੇ ਲਈ ਕੰਮ ਕੀਤਾ ਹੈਗਾ, ਲੇਕਿਨ ਸਿੱਧੂ ਮੂਸੇਵਾਲੇ ਨਾਲ ਜਦੋਂ ਵੀ ਅਸੀਂ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਮਾਨਸਾ ਦਾ ਵਿਕਾਸ ਹੋਇਆ ਹੀ ਨਹੀਂ। ਕਿਸੇ ਗੱਲ ਨੂੰ ਇਹ ਕਲੇਮ ਕਰਨਾ ਵੀ ਐਮਐਲਏ ਹੀ ਕਰਵਾ ਰਿਹਾ ਹੈ ਜਾਂ ਜੇ ਨਹੀਂ ਹੋਇਆ ਐਮਐਲਏ ਕਰਕੇ ਨਹੀਂ ਹੋ ਰਿਹਾ, ਐਡਮਿਨਿਸਟ੍ਰੇਟਿਵ ਲੈਵਲ ਤੇ ਕਹਿ ਲਓ ਵੀ ਘਾਟ ਰਹੀ ਹੈ, ਤਾਂ ਉਹਦੇ ਲਈ ਇਕੱਲਾ ਨਾਜ਼ਰ ਸਿੰਘ ਰਿਸਪੌਂਸੀਬਲ ਹੈ। ਜੇ ਕੋਈ 47 ਹੱਥ 'ਚ ਫੜ ਵੀ ਤਾਂ ਉਸੇ ਨੇ ਸਿਖਾਤੀ ਨਾ ਉਹ ਨੌਜਵਾਨਾਂ ਨੂੰ, ਤੇ ਉਹਦੇ ਕੇਸ ਵੀ ਤਾਂ ਰਜਿਸਟਰ ਹੋਏ ਨੇ, ਉਹ ਵੀ ਤਾਂ ਦੇਖਣੇ ਚਾਹੀਦੇ ਲੋਕਾਂ ਨੂੰ। ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਪਾਰਟੀ ਕੋਈ ਵਧੀਆ ਫੈਸਲਾ ਕਰੂਗੀ ਜੇ ਟਿਕਟ ਸਿੱਧੂ ਮੂਸੇਵਾਲੇ ਨੂੰ ਦਿੱਤੀ ਜਾਵੇ। ਸਿੱਧੂ ਨੂੰ ਟਿਕਟ ਇੱਥੋਂ ਮਿਲਦੀ ਹੈ, ਟਿਕਟ ਇੱਥੋਂ ਮਿਲਦੀ ਹੈ, ਤੇ ਮਾਨਸਾ ਦਾ ਭਵਿੱਖ ਕੀ ਹੈ? ਆਪਦੇ ਹੱਥ 'ਚ ਪਿਸਤੌਲ ਤੇ ਹੋਰ ਸਾਰਾ ਕੁਝ ਲੈ ਕੇ ਤੁਰਨਾ ਪਵੇ, ਕੀ ਤੁਸੀਂ ਸਮਝਦੇ ਵੀ ਲੋਕਾਂ ਲਈ ਅਪਰੋਚੇਬਲ ਹੋ ਸਕਦਾ ਹੈ? ਸੁੰਦਰ ਨੇ ਕਿਹਾ, ਕਹਿੰਦਾ ਕਿ ਸਿੱਧੂ ਦਾ ਤੇ ਮੇਰਾ ਦੋਵਾਂ ਦਾ ਡੋਪ ਟੈਸਟ ਕਰਵਾ ਕੇ ਦੇਖ। ਦਾਲ 'ਚ ਕਾਲਾ ਹੈਗਾ ਹੈ ਤੇ ਫਿਰ ਡੋਪ ਟੈਸਟ ਕਰਾ ਲੈਣਾ ਚਾਹੀਦਾ। ਜੇ ਉਹਨੇ ਕਹਿ ਵੀ ਦਿੱਤਾ ਕਿੱਡੀ ਗੱਲ ਹੈ ਤਾਂ ਫਿਰ ਕਰਾ ਲਓ। ਤੋਂ ਇਹ ਚਰਚਾ ਛਿੜੀ ਹੋਈ ਹੈ ਕਿ ਡਾਕਟਰ ਹਰਜੋਤ ਕਮਲ ਹੋਰਾਂ ਦੀ ਵੀ ਜਿਹੜੀ ਟਿਕਟ ਹੈਗੀ ਉਹ ਕੱਟ ਦਿੱਤੀ ਜਾਏਗੀ, ਕਿਉਂਕਿ ਮਾਲਵਿਕਾ ਸੂਦ ਜਿਹੜੇ ਹੈਗੇ ਨੇ ਮੋਗਾ 'ਚ ਉਹਨਾਂ ਨੇ ਚੰਨੀ ਸਾਹਿਬ ਨੇ ਉਹਨਾਂ ਨੂੰ ਜੁਆਇਨਿੰਗ ਕਰਵਾਈ ਹੈ। ਇਹ ਚੱਲਦਾ ਕੀ ਹੈ ਪਾਰਟੀ ਦੇ ਵਿੱਚ? ਚੱਲਦਾ ਵੀ ਹਾਈ ਕਮਾਂਡ ਜੋ ਉੱਪਰ ਬੈਠੀ ਹੋਈ ਹੈ ਉਹ ਕਿਸ ਬਣਾ ਦੇ ਉੱਤੇ ਟਿਕਟਾਂ ਜਿਹੜੀ ਇਸ ਵਾਰੀ ਵੰਡਣ ਜਾ ਰਹੀ ਹੈ। ਕਾਂਗਰਸ ਦੀ ਕਿਸਮਤ ਚੰਗੀ ਨਹੀਂ ਲੱਗਦੀ ਤੁਹਾਨੂੰ? ਕਿਉਂਕਿ ਦੋ ਆਰਟਿਸਟ ਤੁਹਾਡੇ ਕੋਲ ਆਲਰੇਡੀ ਹੈਗੇ, ਸਿੱਧੂ ਸਾਹਿਬ ਵੀ ਆਰਟਿਸਟ ਹੈਗੇ, ਨਵਜੋਤ ਸਿੰਘ ਸਿੱਧੂ ਵੀ, ਇੱਧਰ ਸਿੱਧੂ ਮੂਸੇਵਾਲਾ ਆਪਣੇ ਆਪ 'ਚ ਆਰਟਿਸਟ ਹੈਗੇ ਨੇ, ਉਹ ਸਿੰਗਰ ਨੇ। ਕਾਂਗਰਸ ਪਾਰਟੀ ਦੀ ਕਿਸਮਤ ਤੁਹਾਨੂੰ ਚੰਗੀ ਨਹੀਂ ਲੱਗਦੀ? ਉਹਨਾਂ ਨੇ ਤਾਂ ਸਟੇਟਸ ਵੀ ਪਾਤਾ ਸੀਗਾ ਕਿ ਸਿੱਧੂ ਸਕੁਅਰ, ਅਸੀਂ ਤਾਂ ਦੋ ਸਿੱਧੂ ਹੋ ਗਏ ਪਾਰਟੀ 'ਚ। ਨਹੀਂ, ਸਿੱਧੂ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ, ਫਿਰ ਉਹਨੂੰ ਵੀ ਨਾਲ ਹੀ ਰੱਖ ਲੈਂਦੇ। ਉਹਦਾ ਸਿੱਧੂ ਮੂਸੇਵਾਲਾ ਜੋ ਪੰਜਾਬ ਮਾਡਲ ਦੀ ਗੱਲ ਕਰਦੇ, ਨਵਜੋਤ ਸਿੰਘ ਸਿੱਧੂ ਉਸ ਨੂੰ ਅੱਗੇ ਲੈ ਕੇ ਜਾ ਸਕਦੇ ਸਿੱਧੂ ਮੂਸੇਵਾਲਾ। ਮਾਡਲ ਜਿਹੜਾ ਤੁਸੀਂ ਮਰਜ਼ੀ ਲਿਓ, ਚਾਹੇ ਦਿੱਲੀ ਲਿਓ, ਚਾਹੇ ਪੰਜਾਬ ਲਿਓ, ਚਾਹੇ ਹਰਿਆਣਾ ਲਿਓ, ਉਹ ਮਾਡਲਾਂ ਨਾਲ ਕੰਮ ਨਹੀਂ ਚੱਲਦਾ, ਨੀਤਾਂ ਨਾਲ ਕੰਮ ਚੱਲਦੇ ਆ। इसे शायर ने बड़ा ठीक फरमाया है कि जो खानदानी रईस हैं वो मिजाज रखते हैं नरम अपना, तुम्हारा लहजा बता रहा है तुम्हारी सियासत नई नहीं है। खैर शेर कुछ होर सीगा, मैं थोड़ा इंप्रोवाइज कर दिता। तुसीं रोज़ाना स्पोक्समैन दे नाल जुड़ चुके हो। मेरा नाम है लंकेश त्रिखा, तुहाडा सारिਆਂ ਦਾ हमेशा की तरह इस्तकबाल करदा। मानसा पहुंचे हाँ। मानसा ਜਦੋਂ ਇਸ ਸ਼ਹਿਰ ਦੀ ਗੱਲ ਕਰਦਾ ਤਾਂ ਮੈਨੂੰ ਗੁਰਨਾਮ ਭੁੱਲਰ ਦਾ ਗੀਤ ਯਾਦ ਆਉਂਦਾ ਹੈ। ਗੀਤ ਦੇ ਬੋਲ ਨੇ, ਰੌਲਾ ਤਾਂ ਪਹਿਲਾਂ ਸੀ ਹੁਣ ਮਸਲਾ ਬਣ ਗਿਆ ਹੈ। ਨਾਜਰ ਸਿੰਘ ਮਾਨਸ਼ਈਆ ਸਾਡੇ ਨਾਲ ਨੇ, ਗੱਲਬਾਤ ਕਰਨੀ ਹੈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਮਾਨਸਾ ਨੂੰ ਲੈ ਕੇ ਦੋ ਨੌਜਵਾਨ ਆਮੋ ਸਾਹਮਣੇ ਹੋਏ ਪਏ ਹੈ, ਤੇ ਜਦੋਂ ਨੌਜਵਾਨ ਆਮੋ ਸਾਹਮਣੇ ਹੋ ਜਾਣ ਤਾਂ ਬਜ਼ੁਰਗਾਂ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਸਮਝਾਉਣਾ, ਉਹਨਾਂ ਨੂੰ ਦੱਸਣਾ ਕਿ ਸਿਆਸਤ ਇਸ ਤਰੀਕੇ ਦੇ ਨਾਲ ਨਹੀਂ ਚੱਲਦੀ। ਰੌਲਾ ਤਾਂ ਪਹਿਲਾਂ ਸੀ ਹੁਣ ਮਸਲਾ ਬਣ ਗਿਆ, ਮਾਨਸਾ ਮਸਲਾ ਬਣ ਚੁੱਕਾ। ਨਹੀਂ, ਇਹਨੂੰ ਮਸਲਾ ਤਾਂ ਨਹੀਂ ਆਪਾਂ ਕਹਿ ਸਕਦੇ। ਦੋ ਨੌਜਵਾਨਾਂ ਦਾ ਵਿੱਚ ਐਵੇਂ ਉਹਨਾਂ ਦੀ ਮਿਸਅੰਡਰਸਟੈਂਡਿੰਗ ਹੈ ਤੇ ਨਾਲ ਜਾਣੀ ਪਾਰਟੀ ਤੋਂ ਥੋੜੀ ਜਿਹੀ ਗਲਤੀ ਹੋ ਗਈ ਵੀ ਨਵੇਂ ਚਿਹਰੇ ਤਾਂ ਪਾਰਟੀ 'ਚ ਦੇਖੋ ਵੈਲਕਮ ਹੁੰਦੇ ਨੇ, ਤਾਂ ਹੀ ਪਾਰਟੀਆਂ ਚੱਲਦੀਆਂ, ਉਹਨਾਂ ਨੂੰ ਲੈ ਕੇ ਆਉਣਾ ਬਣਦਾ ਹੁੰਦਾ। ਜੇ ਕੋਈ ਆਪਣੇ ਲੈਵਲ 'ਤੇ ਵੀ ਜੁਆਇਨ ਕਰਨਾ ਚਾਹੁੰਦਾ ਹੈ ਪਾਰਟੀ 'ਚ, ਉਹਨੂੰ ਵੀ ਲੈਣਾ ਚਾਹੀਦਾ। ਬਟ ਐਟ ਦੀ ਸੇਮ ਟਾਈਮ ਜਦੋਂ ਕਿਸੇ ਦਾ ਐਕਸਪੀਰੀਅੰਸ ਦੇਖੇ ਬਿਨਾਂ, ਕਿਸੇ ਦੀ ਮੈਰਿਟ ਦੇਖੇ ਬਿਨਾਂ ਉਹਨੂੰ ਇਹ ਐਲਾਨ ਦਿੱਤਾ ਜਾਂਦਾ ਹੈ ਵੀ ਉਹ ਹਲਕਾ ਇੰਚਾਰਜ ਹੈ ਤੇ ਲੋਕਾਂ ਨੂੰ ਲੱਗੇ ਵੀ ਹੁਣ ਟਿਕਟ ਵੀ ਇਹਨੂੰ ਮਿਲਣੀ ਹੈ, ਤੇ ਉਹ ਆਪ ਕਲੇਮ ਕਰਦਾ ਹੋਵੇ ਵੀ ਮਾਨਸਾ ਤੋਂ ਮੈਂ ਟਿਕਟ ਲੈਣੀ ਹੈ, ਤਾਂ ਫਿਰ ਕੁਦਰਤੀ ਹੈ ਜਿਹੜੇ ਲੋਕ ਪਹਿਲਾਂ ਪਾਰਟੀ 'ਚ ਕੰਮ ਕਰਦੇ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਗੁੱਸਾ ਵੀ ਆ ਜਾਂਦਾ ਹੈ
ਉਹਨਾਂ ਨੂੰ ਇਹ ਚੀਜ਼ ਬੁਰੀ ਵੀ ਲੱਗਦੀ ਹੈ। ਤੇ ਉਸ ਜਿਹੜੀ ਹੈਗੀ ਹੈ ਕਹਿ ਲਓ ਵੀ ਕਸ਼ਮਕਸ਼ ਦੇ ਵਿੱਚੋਂ ਇਸ ਤਰ੍ਹਾਂ ਦਾ ਰੌਲਾ ਜਿਹਾ ਜੇ ਇਮਰਜ ਹੋ ਜਾਂਦਾ ਤਾਂ ਮਾੜੀ ਗੱਲ ਹੈ। ਉਹ ਰੌਲਾ ਪਾਉਣ ਵਾਲਿਆਂ ਲਈ ਵੀ ਤੇ ਪਾਰਟੀ ਲਈ ਵੀ ਨੁਕਸਾਨਦੇਹ ਹੈ। ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਉਮੀਦ ਤਾਂ ਕੀਤੀ ਜਾਂਦੀ ਹੈ ਵੀ ਜਿਹੜਾ ਨਵਾਂ ਚਿਹਰਾ ਆਇਆ ਵੀ ਅੱਛਾ ਗਾਇਕ ਹੈ, ਪੜ੍ਹਿਆ ਲਿਖਿਆ ਮੁੰਡਾ ਹੈ, ਨੌਜਵਾਨ ਹੈ, ਵੀ ਉਹ ਕੋਈ ਸਿਆਣੀ ਗੱਲ ਕਰਦਾ, ਪਰ ਉਹ ਲੱਗਦਾ ਹੈ ਉਲਝ ਕੇ ਰਹਿ ਗਿਆ। ਮਸਲਾ ਹੀ ਬਣ ਗਿਆ ਪਾਰਟੀ ਲਈ ਤੇ ਲੋਕਾਂ ਲਈ। ਇਸ ਕਰਕੇ ਜਿਹੜੀ ਪਾਰਟੀ ਨੂੰ ਚਾਹੀਦਾ ਹੈ ਵੀ ਕੋਈ ਨਾ ਕੋਈ ਸਿਆਣਾ ਫੈਸਲਾ ਲਵੇ, ਸੋਚ ਸਮਝ ਕੇ ਫੈਸਲਾ ਲਵੇ, ਕੋਈ ਇਸ ਵੱਧਦੀ ਹੋਈ ਲੜਾਈ ਨੂੰ ਰੋਕਿਆ ਜਾਵੇ। ਬੜੇ ਟਾਈਮ ਬਾਅਦ ਸਰ ਤੁਸੀਂ ਤੀਰ ਚਲਾਇਆ। ਪਹਿਲਾਂ ਤੁਹਾਡੇ ਕੋਲ ਸਿੱਧੂ ਪਹੁੰਚਦਾ ਵੀ ਹੈ, ਤੁਹਾਡਾ ਆਸ਼ੀਰਵਾਦ ਲੈਣ ਦੇ ਲਈ ਵੀ ਪਹੁੰਚਿਆ। ਉਹਨੇ ਅਲੱਗ-ਅਲੱਗ ਤਰੀਕੇ ਦੇ ਨਾਲ ਬਿਆਨ ਵੀ ਦਿੱਤੇ ਸਿੱਧੂ ਨੇ। ਨਾਲ ਦੀ ਨਾਲ ਸਿੱਧੂ ਨੇ ਇਹ ਵੀ ਕਿਹਾ ਕਿ ਮੇਰੇ ਬਜ਼ੁਰਗ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ। ਲੇਕਿਨ ਅੱਜ ਤੁਹਾਡੇ ਬੋਲਾਂ ਦੇ ਵਿੱਚ ਜੋ ਮੈਂ ਫੇਰ ਬਦਲ ਦੇਖ ਰਿਹਾ, ਇਹ ਜੋ ਤਰੀਕਾ ਜਾਂ ਨਜ਼ਰੀਆ ਤੁਹਾਡਾ ਬਦਲਿਆ, ਇਹਦੀ ਵਜ੍ਹਾ ਕੀ ਹੈ? ਵਜ੍ਹਾ ਤਾਂ ਇਹ ਹੈ ਵੀ ਜੋ ਪਾਰਟੀ 'ਚ ਕੋਈ ਨਵਾਂ ਬੰਦਾ ਆਇਆ, ਪਾਰਟੀ ਨੇ ਫੈਸਲਾ ਲਿਆ ਵੀ ਸਿੱਧੂ ਮੂਸੇਵਾਲੇ ਨੂੰ ਪਾਰਟੀ 'ਚ ਲੈ ਰਹੇ ਹਾਂ, ਤੇ ਲੈ ਤੋਂ ਬਾਅਦ ਹੀ ਸਾਨੂੰ ਤਾਂ ਪਤਾ ਲੱਗਿਆ। ਮੈਨੂੰ ਤਾਂ ਉਸ ਵੇਲੇ ਵੀ ਕੌਨਫੀਡੈਂਸ ਨਹੀਂ ਲਿਆ, ਨਾ ਸਿੱਧੂ ਮੂਸੇਵਾਲੇ ਨੇ ਨਾ ਪਾਰਟੀ ਨੇ। ਬਟ ਐਟ ਦੀ ਸੇਮ ਟਾਈਮ ਮੈਂ ਫਿਰ ਵੀ ਜਦੋਂ ਮੈਨੂੰ ਪ੍ਰੈਸ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਤਾਂ ਮੈਂ ਇਸ ਚੀਜ਼ ਨੂੰ ਵੈਲਕਮ ਕੀਤਾ ਹੈ। ਤੇ ਨਾਲ ਹੀ ਜੇ ਉਹ ਮੇਰੇ ਘਰ ਆਇਆ ਵੀ ਸੀਗਾ ਤਾਂ ਮਹਿਜ਼ ਇੱਕ ਫਾਰਮੈਲਿਟੀ ਆਪਾਂ ਕਹਿ ਸਕਦੇ ਹਾਂ, ਪਰ ਮੈਨੂੰ ਉਹਦੀਆਂ ਗੱਲਾਂ ਬਾਤਾਂ 'ਚ ਉਹਦੇ ਲਹਿਜੇ 'ਚ ਕੋਈ ਇਸ ਤਰ੍ਹਾਂ ਨਹੀਂ ਲੱਗਿਆ ਵੀ ਉਹ ਇਸ ਪੱਖੋਂ ਕੋਈ ਆਸ਼ੀਰਵਾਦ ਲੈਣ ਆਇਆ ਸੀ। ਉਹ ਤਾਂ ਐਂ ਕਹਿਣੇ ਮਿਲਣ ਆਇਆ ਸੀ ਤੇ ਦੱਸਣ ਆਇਆ ਸੀ ਮੈਂ ਵੀ ਪਾਰਟੀ 'ਚ ਆ ਗਿਆ। ਤੇ ਉੱਥੋਂ ਹੁਣ ਬਾਅਦ ਦੇ ਵਿੱਚ ਜੋ ਡਿਵੈਲਪਮੈਂਟਸ ਹੋਈਆਂ ਨੇ, ਮੈਨੂੰ ਸਭ ਤੋਂ ਪਹਿਲਾਂ ਅੱਜ ਤੋਂ ਕੋਈ 12-13 ਦਿਨ ਪਹਿਲਾਂ ਇਹ ਪਤਾ ਲੱਗਿਆ ਵੀ ਉਹਨੇ ਕੋਈ ਸਟੇਟਮੈਂਟ ਦਿੱਤੀ ਹੈ ਵੀ ਜੇ ਮੈਨੂੰ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਮੈਂ ਆਜ਼ਾਦ ਚੋਣ ਲੜਾਂਗਾ। ਤਾਂ ਉਸ ਤੇ ਮੈਂ ਜ਼ਰੂਰ ਕਿੰਤੂ ਪਰੰਤੂ ਕੀਤਾ ਸੀਗਾ, ਪ੍ਰੈਸ ਦੇ ਵਿੱਚ ਵੀ, ਲੋਕਾਂ ਦੇ ਵਿੱਚ ਵੀ। ਇਹ ਕੋਈ ਮੈਚਿਓਰਿਟੀ ਵਾਲੀ ਗੱਲ ਨਹੀਂ, ਉਹਦਾ ਬਚਕਾਨਾ ਜਿਹੜੇ ਕਹਿ ਲਓ ਬਾਲਪਣਾ ਹੈ ਜਿਹੜਾ ਉਹ 'ਚੋਂ ਝਲਕਦਾ ਹੈ, ਜਾਂ ਐਂ ਕਹਿ ਲਓ ਜਵਾਨੀ ਦਾ ਜੋਸ਼ ਝਲਕਦਾ ਹੈ। ਜਿਸ ਤਰ੍ਹਾਂ ਦਾ ਉਹਨੇ ਗਾਇਆ ਉਹੀ ਚੀਜ਼ ਪ੍ਰਦਰਸ਼ਿਤ ਉਹਨੇ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਉਸ ਪੱਖੋਂ ਮਾਨਸਾ ਦੇ ਲੋਕਾਂ ਨੇ ਵੀ ਉਹਨੂੰ ਬਹੁਤਾ ਐਕਸੈਪਟ ਨਹੀਂ ਕੀਤਾ। ਮੈਨੂੰ ਜਿੰਨੇ ਲੋਕ ਮਿਲਦੇ ਨੇ ਕਿਸੇ ਨੇ ਹਜੇ ਤੱਕ ਐਪਰੀਸ਼ੀਏਟ ਨਹੀਂ ਕੀਤਾ ਵੀ ਇਹ ਪਾਰਟੀ ਨੇ ਵਧੀਆ ਫੈਸਲਾ ਕੀਤਾ ਹੈ। ਤੇ ਇਸ ਕਰਕੇ ਮੈਨੂੰ ਵੀ ਆਪਣਾ ਥੋੜ੍ਹਾ ਜਿਹਾ ਇਸ ਰੁੱਖ 'ਚ ਬਦਲਾਅ ਕਰਨਾ ਜ਼ਰੂਰੀ ਬਣ ਜਾਂਦਾ। ਲੋਕਾਂ ਦਾ ਦੇਖ ਕੇ ਵਹਾ, ਲੋਕਾਂ ਦੀ ਹਵਾ ਦੇਖ ਕੇ ਵੀ ਜੋ ਲੋਕ ਐਕਸੈਪਟ ਹੀ ਨਹੀਂ ਕਰ ਰਹੇ, ਤੇ ਰਹਿੰਦਾ ਖੁੰਦਾ ਉਹ ਆਪਦੀ ਲਿਆਕਤ ਜਿਹੜੀ ਪੇਸ਼ ਕਰਨੀ ਸੀ ਜਾਂ ਕੋਈ ਹੋਰ ਹੈ ਉਹਦੇ ਵਿੱਚ ਇੰਨੇ ਔਗਣ ਲੱਭਣ ਤੇ ਇਸ ਤਰ੍ਹਾਂ ਉਹ ਬੋਲੇ। ਤੇ ਫਿਰ ਕੁਦਰਤੀ ਤੌਰ ਤੇ ਹੈ ਵੀ ਸਾਨੂੰ ਆਫਟਰ ਆਲ ਮੈਂ 5 ਸਾਲ ਤੋਂ ਤਾਂ MLA ਆ, ਤੇ ਹੁਣ ਪਾਰਟੀ ਦੇ ਵਿੱਚ ਤਕਰੀਬਨ ਸਿੱਧੇ ਤੌਰ ਤੇ ਹੁਣ ਪੌਣੇ 3 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ। ਉਦੋਂ ਪਹਿਲਾਂ ਪਰਿਵਾਰਕ ਤੌਰ ਤੇ 1992 ਤੋਂ ਅਸੀਂ ਪਾਰਟੀ ਨਾਲ ਜੁੜੇ ਹੋਏ ਆ। ਤਾਂ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਖੌਰੂ ਪੈਂਦਾ, ਇਸ ਤਰ੍ਹਾਂ ਦੇ ਮਸਲੇ ਖੜੇ ਹੁੰਦੇ ਤਾਂ ਬਰਦਾਸ਼ਤ ਥੋੜ੍ਹਾ ਕੀਤੇ ਜਾ ਸਕਦੇ ਨੇ। ਇਸ ਕਰਕੇ ਮੈਨੂੰ ਵੀ ਆਪਣੀ, ਜੇ ਮੇਰਾ ਕੋਈ ਤਜਰਬਾ ਹੈ, ਲੋਕ ਮੇਰੇ ਤੇ ਫੇਥ ਕਰਦੇ ਆ, ਤਾਂ ਮੈਨੂੰ ਵੀ ਆਪਣੀ ਰਾਏ ਪ੍ਰਗਟ ਕਰਨ ਦਾ ਕਹਿ ਲਓ ਵੀ ਇੱਕ ਰਾਈਟ ਹੈ, ਇੱਕ ਹੱਕ ਹੈ ਵੀ ਮੈਂ ਉਹ ਗੱਲ ਤੇ ਬੋਲਾਂ ਜਿਹਦੇ ਨਾਲ ਪਾਰਟੀ ਦਾ ਨੁਕਸਾਨ ਵੀ ਹੋ ਰਿਹਾ ਹੋਵੇ ਤੇ ਲੋਕਾਂ ਦੇ ਵਿੱਚ ਮੈਸੇਜ ਇਹ ਜਾ ਰਿਹਾ ਹੋਵੇ ਵੀ ਪਾਰਟੀ ਨੇ ਫੈਸਲਾ ਗਲਤ ਲੈ ਲਿਆ ਤੇ ਗਲਤ ਤਰੀਕੇ ਨਾਲ ਹੁਣ ਇਹਨੂੰ ਕੈਂਡੀਡੇਟ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ। ਤਾਂ ਮੈਨੂੰ ਬੋਲਣਾ ਬਣਦਾ ਹੈ ਕਿਉਂਕਿ ਮੈਂ ਇਸ ਹਲਕੇ ਦੀ ਨੁਮਾਇੰਦਗੀ ਕੀਤੀ ਹੈ 5 ਸਾਲ। ਇੱਕ ਚੀਜ਼ ਦੱਸੋ, ਤੁਸੀਂ ਕਿਹਾ ਕਿ ਲੋਕਾਂ ਦਾ ਫੇਥ ਤੁਹਾਡੇ ਉੱਤੇ ਹੈਗਾ, ਤੁਹਾਡੇ ਪਾਰਟੀ ਦੇ ਜਿਹੜੇ ਇਨਰ ਸਰਕਲ ਦੇ ਲੋਕ ਹੈਗੇ ਆ ਉਹਨਾਂ ਦਾ ਫੇਥ ਤੁਹਾਡੇ ਤੇ ਨਹੀਂ ਹੈਗਾ ਕਿ ਜੇ ਬਾਹਰੋਂ ਲਿਆ ਕੇ ਜਾਂ ਫਿਰ ਉਸ ਸ਼ਖਸ ਨੂੰ ਪਿੱਛੇ ਕਰ ਦੇਣਾ ਜਿਨ੍ਹਾਂ ਨੇ ਕਾਂਗਰਸ ਨੂੰ ਅੱਗੇ ਵਧਾਇਆ ਹੋਵੇ ਮਾਨਸੇ ਦੇ ਵਿੱਚ, ਤੁਹਾਡੇ ਤੋਂ ਫੇਥ ਉੱਠ ਗਿਆ ਪਾਰਟੀ ਦਾ? ਨਹੀਂ, ਫੇਥ ਉੱਠ ਗਿਆ ਨਹੀਂ ਕਹਿ ਸਕਦੇ, ਬਟ ਐਟ ਦੀ ਸੇਮ ਟਾਈਮ ਕਿਸੇ ਨਾ ਕਿਸੇ ਇੰਡੀਵਿਜੂਅਲਸ ਦਾ ਕੋਈ ਵੈਸਟਡ ਇੰਟਰਸਟ ਹੋ ਸਕਦਾ ਹੈ ਜਿਨ੍ਹਾਂ ਨੇ ਉਹਨੂੰ ਪ੍ਰੋਜੈਕਟ ਕੀਤਾ ਜਾਂ ਲਿਆਂਦਾ ਪਾਰਟੀ ਦੇ ਵਿੱਚ। ਮੈਂ ਨਹੀਂ ਸਮਝਦਾ ਵੀ ਉਹਨੂੰ ਲਿਆਉਣਾ ਕੋਈ ਸਹੀ ਫੈਸਲਾ ਹੈ। ਹਾਂ, ਉਹਨੂੰ ਤੇ ਆਉਣ ਵਾਲੇ ਰਾਜਾ ਵੜਿੰਗ ਨੇ ਉਹਨਾਂ ਨੂੰ, ਫਿਰ ਉਹਨਾਂ ਦਾ ਕੋਈ ਹੋਰ ਸਿੰਘ ਸਿੱਧੂ ਹੋਰੀ ਲੈ ਕੇ ਆਏ ਉਹਨਾਂ ਨੂੰ। ਜਿਸ ਬੰਦੇ ਨੇ ਵੀ ਇੰਟਰੋਡਿਊਸ ਕੀਤਾ ਉਹਦਾ ਵੈਸਟਡ ਇੰਟਰਸਟ ਹੋ ਸਕਦਾ ਕੋਈ ਉਹਦੇ ਪ੍ਰਤੀ, ਉਹਨਾਂ ਨੂੰ ਲੱਗਦਾ ਹੋਵੇ ਉਸ ਮੌਕੇ ਤੇ ਸ਼ਾਇਦ ਅਸੀਂ ਪਾਰਟੀ 'ਚ ਇਸ ਤਰ੍ਹਾਂ ਦੇ ਬੰਦੇ ਨੂੰ ਲੈ ਕੇ ਆ ਕੇ ਤੇ ਇਹ ਕੁਛ ਖੱਟਾਂਗੇ ਜਾਂ ਪਾਰਟੀ ਨੂੰ ਕੋਈ ਫਾਇਦਾ ਹੋਊ। ਪਰ ਮੈਨੂੰ ਹੁਣ 1.5 ਮਹੀਨੇ ਤੋਂ ਜਦੋਂ ਤੋਂ ਇੱਥੇ ਵਿਚਰ ਰਹੇ ਨੇ ਮੈਨੂੰ ਕੋਈ ਫਾਇਦਾ ਹੁੰਦਾ ਦਿਸ ਨਹੀਂ ਰਿਹਾ ਪਾਰਟੀ ਨੂੰ। ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਕਿਹਾ ਕਿ ਮੈਂ ਮਾਨਸਾ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ, ਮਾਨਸਾ ਦੇ ਲੋਕਾਂ ਦੇ ਲਈ ਕੰਮ ਕੀਤਾ ਹੈਗਾ, ਲੇਕਿਨ ਸਿੱਧੂ ਮੂਸੇਵਾਲੇ ਨਾਲ ਜਦੋਂ ਵੀ ਅਸੀਂ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਮਾਨਸਾ ਦਾ ਵਿਕਾਸ ਹੋਇਆ ਹੀ ਨਹੀਂ ਹੈ। ਮਾਨਸਾ ਦੇ ਵਿੱਚ ਯੂਨੀਵਰਸਿਟੀ ਨਹੀਂ ਹੈਗੀ ਹੈ, ਮਾਨਸਾ ਦੇ ਵਿੱਚ ਅੱਛੀ ਪੜ੍ਹਾਈ ਨਹੀਂ ਹੈਗੀ ਹੈ, ਮਾਨਸਾ ਦੇ ਵਿੱਚ ਕੋਈ ਇੰਡਸਟਰੀਜ਼ ਚੰਗੀਆਂ ਸੈੱਟ ਨਹੀਂ ਹੋਈਆਂ। ਠੀਕ ਹੈ, ਸਿੱਧੂ ਇਸ ਤਰੀਕੇ ਦੇ ਡਿਵੈਲਪਮੈਂਟ ਦੇ ਇਸ਼ੂਜ਼ ਨੂੰ ਵੀ ਅੱਗੇ ਲੈ ਕੇ ਆ ਰਹੇ ਆ। ਇਸ਼ੂ ਅੱਗੇ ਲੈ ਕੇ ਆ ਰਿਹਾ ਨਾ, ਗੱਲਾਂ ਹੀ ਕਰ ਰਿਹਾ ਨਾ। ਜਦੋਂ ਲੈ ਕੇ ਆਏ ਉਹ ਦੇਖਾਂਗੇ ਤਾਂ ਸਰਕਾਰ ਤਾਂ ਕਾਂਗਰਸ ਦੀ ਇਹੀ ਹੈ ਨਾ
ਉਹ ਵੀ ਤਾਂ ਮਤਲਬ ਕਿ ਡਿਵੈਲਪਮੈਂਟ ਬਾਰੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਹਰੇਕ ਹਲਕੇ ਦੀ ਪ੍ਰੋਪਰ ਡਿਵੈਲਪਮੈਂਟ ਹੋਣੀ ਚਾਹੀਦੀ ਸੀ। ਮੇਰੇ ਵੱਲੋਂ ਕੋਈ ਡਿੱਕਾ ਲਾਇਆ ਗਿਆ ਹੋਵੇ, ਮੇਰੇ ਵੱਲੋਂ ਕੋਈ ਸੁਜੈਸ਼ਨ ਨਾ ਦਿੱਤੀ ਗਈ ਹੋਵੇ, ਫੇਰ ਹੁੰਦਾ ਹੈ। ਅਦਰਵਾਈਜ਼ ਮੈਂ ਜਿਹੜਾ ਵਿਕਾਸ ਦੀ ਗੱਲ ਕਰਦੇ ਹਾਂ ਆਪਾਂ, ਹੁਣ ਤੁਸੀਂ ਦੇਖੋ ਸਾਡੇ ਭੀਖੀ ਬਲਾਕ ਦੇ ਵਿੱਚ ਡਰੇਨਾਂ ਦੀ ਓਵਰਫਲੋ ਕਰਕੇ ਫਸਲਾਂ ਦਾ ਬੜਾ ਨੁਕਸਾਨ ਹੁੰਦਾ ਸੀ। ਪਰ ਜਦੋਂ ਤੋਂ ਮੈਂ ਕਮਾਂਡ ਸੰਭਾਲੀ ਹੈ, ਮੈਂ ਇਹ ਮਸਲਾ ਹੱਲ ਕਰਾਇਆ। ਹੁਣ ਜਾ ਕੇ ਤੁਸੀਂ ਭੀਖੀ ਦੇ ਲੋਕਾਂ ਨੂੰ ਪੁੱਛੋ ਵੀ ਕੀ ਹੁਣ ਵੀ ਪਾਣੀ ਜਦੋਂ ਫਲੱਡ ਦਾ ਆਉਂਦਾ ਹੈ ਉਹਦੇ ਨਾਲ ਕੋਈ ਨੁਕਸਾਨ ਹੁੰਦਾ ਹੈ? ਤੇ ਉਹ ਇੱਕ ਲੋਕਾਂ ਦਾ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਕਿਸਾਨੀ ਬਚੀ ਹੈ, ਉਸ ਏਰੀਏ 'ਚ ਫਲੱਡ ਆਉਣ ਕਰਕੇ ਜਿਹੜੀ ਸਮੱਸਿਆ ਪੈਦਾ ਹੁੰਦੀ ਸੀ ਉਹ ਤੋਂ ਨਿਜਾਤ ਮਿਲੀ ਹੈ। ਹੁਣ 4 ਸਾਡੇ ਸਕੂਲਾਂ ਦਾ ਜਿਹੜੀ ਅਪਗ੍ਰੇਡੇਸ਼ਨ ਹੋਈ ਹੈ, ਠੀਕ ਹੈ, ਮਿਡਲ ਸਕੂਲ ਸੀਗੇ ਉਹਨਾਂ ਨੂੰ ਹਾਈ ਸਕੂਲ ਬਣਾਇਆ ਹੈ। ਤਾਂ ਉਹਦੇ ਨਾਲ ਜਿਹੜੇ ਸਾਡੇ ਬੱਚੇ ਸੀਗੇ, ਖਾਸ ਕਰਕੇ ਬੱਚੀਆਂ, ਉਸ ਉਮਰ ਦੇ ਵਿੱਚ ਉਹਨਾਂ ਨੂੰ ਬਾਹਰ ਜਾਣਾ ਔਖਾ ਲੱਗਦਾ ਹੈ 10ਵੀਂ ਪਾਸ ਕਰਨ ਵਾਸਤੇ ਵੀ, ਜਦੋਂ ਕਿ ਮੈਟ੍ਰਿਕ ਤੱਕ ਤਾਂ ਇੱਕ ਸਾਡੀ ਬੇਸਿਕ ਜਿਹੜੀ ਹਰੇਕ ਦੀ ਨੀਡ ਹੈਗੀ ਹੈ ਵੀ ਅਸੀਂ ਮੈਟ੍ਰਿਕ ਉੱਥੋਂ ਕਰੀਏ। ਉਦੋਂ ਬਾਅਦ ਬੱਚੇ ਸਿਆਣੇ ਹੋ ਜਾਂਦੇ, ਠੀਕ ਹੈ ਵੀ ਕਿਸੇ +2 ਸਕੂਲ ਦੇ ਵਿੱਚ, ਕਿਸੇ ਕਾਲਜ 'ਚ ਫਿਰ ਉਹ ਜਾਣਯੋਗ ਹੋ ਜਾਂਦੇ ਨੇ। ਪਰ 8ਵੀਂ ਤੋਂ ਬਾਅਦ ਹਜੇ ਇੰਨੇ ਮੈਚਿਓਰ ਨਹੀਂ ਹੁੰਦੇ ਬੱਚੇ ਜਾਣ। ਫਿਰ ਸਾਡੇ ਜਿੰਨੀਆਂ ਕੁ ਇੱਥੇ ਕਹਿ ਲਓ ਵੀ ਰੀਕਾਰਪੇਟਿੰਗ ਹੋਈ ਹੈ ਸੜਕਾਂ ਦੀ, ਉਹ ਮੇਰੇ ਟੈਨਿਓਰ 'ਚ ਹੀ ਹੋਈ ਹੈ। ਕਿਸੇ ਗੱਲ ਨੂੰ ਇਹ ਕਲੇਮ ਕਰਨਾ ਵੀ MLA ਹੀ ਕਰਵਾ ਰਿਹਾ ਹੈ ਜਾਂ ਜੇ ਨਹੀਂ ਹੋਇਆ MLA ਕਰਕੇ ਨਹੀਂ ਹੋ ਰਿਹਾ, ਕਿਉਂਕਿ ਇਹ ਵੀ ਇੱਕ ਸਟਰਕਚਰ ਹੈ। ਸਾਡੇ ਪਿੰਡਾਂ ਦੇ ਵਿੱਚ ਪੰਚਾਇਤ ਮੈਂਬਰ ਤੋਂ ਲੈ ਕੇ ਸਰਪੰਚ ਨੇ, ਪੰਚਾਇਤ ਸਮਿਤੀ ਹੈ, ਫਿਰ ਜ਼ਿਲ੍ਹਾ ਪਰਿਸ਼ਦ ਹੈ, ਫਿਰ MLA ਹੈ, ਫਿਰ ਉਹਦੇ ਉੱਤੇ MP ਵੀ ਹੁੰਦਾ ਹੈ, ਠੀਕ ਹੈ ਨਾ। ਇਸੇ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ MC ਤੋਂ ਬਾਅਦ ਪ੍ਰਧਾਨ ਤੋਂ ਬਾਅਦ MLA ਤੋਂ ਬਾਅਦ ਅੱਗੇ ਫਿਰ MP ਉਹ ਵੀ ਹੁੰਦੇ ਨੇ। ਇਹ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ, ਨਾ ਕਿ ਕਿਸੇ MLA ਇਕੱਲੇ ਦੀ। ਜੇ ਮੈਂ ਅੱਜ ਕੁਛ ਕੀਤਾ ਹੈ, ਮੈਨੂੰ ਇਹ ਵੀ ਨਹੀਂ ਕਹਿੰਦਾ ਵੀ ਮੇਰਾ ਇਕੱਲੀ ਦੀ ਅਚੀਵਮੈਂਟ ਹੈ, ਇਹ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ, ਸਾਰਿਆਂ ਦਾ ਕਈ ਵਾਰੀ ਸਹਿਯੋਗ ਮਿਲਦਾ ਹੈ। ਹਾਂ, ਇਹ ਹੁੰਦਾ ਵੀ ਅਸੀਂ ਕੁਛ ਸੁਜੈਸ਼ਨਸ ਜਿਹੜੀਆਂ ਇਸ ਪੱਖੋਂ ਦੇਣੀਆਂ ਬਣਦੀਆਂ ਹੁੰਦੀਆਂ ਸਰਕਾਰ ਨੂੰ ਵੀ ਸਾਨੂੰ ਇਸ ਏਰੀਏ ਦੇ ਵਿੱਚ ਆਹ ਕੁਛ ਚਾਹੀਦਾ ਹੈ, ਉਹ ਮੈਂ ਨਾ ਕੀਤਾ ਹੋਵੇ ਫਿਰ ਮੈਂ ਰਿਸਪੌਂਸੀਬਲ ਹੈਗਾ। ਮੇਰੀ ਤਾਂ ਦੇਖੋ ਸਰਕਾਰ ਨੂੰ ਮੈਡੀਕਲ ਕਾਲਜ ਵਾਸਤੇ ਵੀ ਮੇਰੀਆਂ ਚਿੱਠੀਆਂ ਲਿਖੀਆਂ, ਤੁਹਾਨੂੰ ਕਰੋਸਪੋਂਡੈਂਸ ਦਿਖਾ ਦਿੰਦਾ। ਮੇਰੀਆਂ ਇੱਥੇ ਦੀ ਜਿਹੜਾ ਛੱਪੜ ਦੀ ਵੱਡੀ ਸਮੱਸਿਆ ਹੈਗੀ ਹੈ, ਸਾਡੇ ਭਾਈ ਗੁਰਦਾਸ ਦੇ ਨੇੜੇ ਛੱਪੜ ਬਣੇ ਹੋਏ ਨੇ, ਉਹਨਾਂ ਨੂੰ ਸਾਫ਼ ਸਫਾਈ ਕਰਨ ਵਾਸਤੇ ਮੇਰੇ ਖਿਆਲ 'ਚ ਮੈਂ ਉਦੋਂ ਤੋਂ ਹੀ ਕਮੇਟੀ ਦੇ ਵਿੱਚ ਮਤੇ ਵੀ ਪਵਾਤੇ ਸੀ। ਸਰਕਾਰ ਨੂੰ ਲਿਖ ਕੇ ਕਿ ਆਪਣੇ ਮੁੱਖ ਮੰਤਰੀ ਤੱਕ ਮੈਂ DO ਲੈਟਰ ਲਿਖੇ ਨੇ, ਪ੍ਰਿੰਸੀਪਲ ਸੈਕਟਰੀ ਨੂੰ ਲਿਖੇ ਨੇ, ਮੰਤਰੀ ਨੂੰ ਲਿਖੇ ਨੇ। ਤੇ ਜੇ ਮਸਲਾ ਨਾ ਚੁੱਕਿਆ ਹੁੰਦਾ ਤਾਂ ਫਿਰ ਅੱਜ ਤੱਕ ਇਹ ਗੱਲ ਵੀ ਨਹੀਂ ਸੀ ਹੋਣੀ ਵੀ ਆਹ ਕੰਮ ਨਹੀਂ ਹੋਏ। ਤੇ ਦੂਜੇ ਪਾਸੇ ਮਾਨਸਾ ਦੇ ਵਿੱਚ ਕਈ ਇਹੋ ਜਿਹੇ ਕੰਮ ਨੇ ਜਿਹੜੇ ਆਪਾਂ ਹੀ ਕਹਿ ਲਓ ਵੀ ਮੇਰੇ ਆਉਣ 'ਤੇ ਮੈਂ ਸੁਜੈਸਟ ਕੀਤੇ ਨੇ। ਤੇ ਦੂਜਾ ਜਿਹੜੀ ਰੋਜ਼ਮਰਾ ਦੀਆਂ ਪ੍ਰੋਬਲਮਾਂ ਹੁੰਦੀਆਂ ਨਾ ਲੋਕਾਂ ਦੀਆਂ, ਇਹਨੂੰ ਹਾਈਲਾਈਟ ਕਰਨ ਦੇ ਵਿੱਚ ਕਈ ਵਾਰੀ ਅਸੀਂ ਲੋਕ ਫੇਲ ਹੋ ਜਾਂਦੇ ਆ। ਪਰ ਜਿਹੜਾ ਸਾਡੀ ਸਰਕਾਰ ਵੱਲੋਂ ਹੀ 2018 'ਚ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਐਂਡ ਡਿਲੀਵਰੀ ਆਫ ਪਬਲਿਕ ਸਰਵਿਸ ਜਿਹੜਾ ਐਕਟ ਬਣਾਇਆ ਹੈ, ਜਿਹਦੇ ਵਿੱਚ ਟਾਈਮ ਲਾਈਨਸ ਨਿਰਧਾਰਿਤ ਕੀਤੀਆਂ ਹੋਈਆਂ, ਸਮਾਂ ਸੀਮਾ ਨਿਰਧਾਰਿਤ ਕੀਤੀ ਹੋਈ ਹੈ ਵੀ ਕਿਹੜੇ ਕੰਮ ਲਈ ਕਿੰਨਾ ਟਾਈਮ ਲੱਗਣਾ ਹੈ। ਤਾਂ ਉਹ ਤੁਸੀਂ ਜੇ ਦੇਖੋ ਤਾਂ ਮੇਰੀ ਘੱਟੋ ਘੱਟ ਪਤਾ ਨਹੀਂ ਕਿੰਨੀ ਕਰੋਸਪੋਂਡੈਂਸ ਹੋਈ ਹੈ ਵੀ ਇਹ ਆਪਣੇ ਦਫ਼ਤਰਾਂ ਦੇ ਬਾਹਰ ਜਾਂ ਪੰਜਾਬ ਦੇ ਵਿੱਚ ਸਾਰੇ ਕਿਤੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾਵੇ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੁਹਾਡੇ ਰਾਈਟ ਕੀ ਨੇ, ਤੇ ਤੁਸੀਂ ਜੇ ਤੁਹਾਡਾ ਕੋਈ ਕੰਮ ਨਿਰਧਾਰਿਤ ਸਮੇਂ 'ਚ ਨਹੀਂ ਹੁੰਦਾ ਕਿਸ ਨੂੰ ਅਪਰੋਚ ਕਰਨਾ ਹੈ। ਪਰ ਜੇ ਇਸ ਪੱਖੋਂ ਕੋਈ ਐਡਮਿਨਿਸਟ੍ਰੇਟਿਵ ਲੈਵਲ 'ਤੇ ਕਹਿ ਲਓ ਵੀ ਘਾਟ ਰਹੀ ਹੈ ਤਾਂ ਉਹਦੇ ਲਈ ਇਕੱਲਾ ਨਾਜ਼ਰ ਸਿੰਘ ਰਿਸਪੌਂਸੀਬਲ ਨਹੀਂ ਹੈ, ਇਕੱਲਾ MLA ਰਿਸਪੌਂਸੀਬਲ ਨਹੀਂ, ਉਹਦੇ ਲਈ ਕਲੈਕਟਿਵ ਰਿਸਪੌਂਸੀਬਿਲਟੀ ਸਰਕਾਰ ਦੀ ਵੀ ਆ ਜਾਂਦੀ ਹੈ। ਅਸੀਂ MLA ਨੇ ਤਾਂ ਦੱਸਣਾ ਹੁੰਦਾ ਵੀ ਅਸੀਂ ਕੀ ਕਰ ਸਕਦੇ ਹਾਂ, ਕੀ ਹੋਣਾ ਚਾਹੀਦਾ ਹੈ। ਹਾਂ, ਉਸ 'ਚ ਕੋਈ ਉੱਕਿਆ ਹੋਵਾਂ ਮੈਂ, ਫਿਰ ਮੈਨੂੰ ਕਿਹਾ ਜਾ ਸਕਦਾ ਵੀ ਇਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਯੂਨੀਵਰਸਿਟੀ ਖੁੱਲ੍ਹਣੀ ਚਾਹੀਦੀ ਹੈ, ਅਤੇ MLA ਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੱਥੇ ਮੈਡੀਕਲ ਕਾਲਜ ਬਣਨਾ ਚਾਹੀਦਾ ਹੈ, MLA ਨੂੰ ਪਤਾ ਹੀ ਨਹੀਂ ਵੀ ਛੱਪੜ ਸਾਫ਼ ਹੋਣ ਵਾਲੇ ਬਣਦੇ ਨੇ। ਇਸ ਪੱਖੋਂ ਆਪਾਂ ਕਹਿ ਸਕਦੇ ਹਾਂ। ਦੇਖੋ, ਮੈਂ ਇਸ ਪੱਖੋਂ ਲੋਕਾਂ ਦੀਆਂ ਨੂੰ ਸਹੂਲਤ ਦੇਣ ਲਈ ਜਦੋਂ ਤੋਂ MLA ਬਣਿਆ ਉਦੋਂ ਤੋਂ ਹੀ ਦਫ਼ਤਰ ਖੋਲ੍ਹਿਆ ਹੋਇਆ ਮਾਨਸਾ ਦੇ ਵਿੱਚ, ਜਿਹੜਾ ਇੰਡੀਪੈਂਡੈਂਟਲੀ ਚੱਲਦਾ। ਅੱਜ ਤਾਂ ਹੁਣ ਦੇਖੋ ਕੋਡ ਆਫ ਕੰਡਕਟ ਲੱਗ ਗਿਆ, ਇਸ ਕਰਕੇ ਮੇਰੇ ਜਿਹੜੇ ਚਾਹੁਣ ਵਾਲੇ ਨੇ ਜਾਂ ਆਪਣੀ ਕਹਿ ਲਓ ਵੀ ਲੋਕੀ ਆਉਂਦੇ ਨੇ ਪਿੰਡਾਂ ਦੇ ਵਿੱਚੋਂ, ਉਹ ਘਰੇ ਵੀ ਆਉਣੇ ਸ਼ੁਰੂ ਹੋ ਗਏ ਆ ਕੰਮਾਂ-ਕਾਰਾਂ ਲਈ। ਅਤੇ ਅਦਰਵਾਈਜ਼ ਮੇਰਾ ਦਫ਼ਤਰ ਹਜੇ ਵੀ ਚੱਲਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਤੇ ਦਫ਼ਤਰ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਮੇਰੇ ਖਿਆਲ 'ਚ ਮਾਨਸਾ ਦੇ ਵਿੱਚ ਇਹ ਐਗਜ਼ਾਮਪਲ ਹੈ। ਤੁਸੀਂ ਲੋਕਾਂ ਤੋਂ ਪੁੱਛੋ ਵੀ ਕਿਸੇ MLA ਨੇ ਪਹਿਲਾਂ ਕੋਈ ਦਫ਼ਤਰ ਖੋਲ੍ਹਿਆ ਸੀ? ਜੇ ਖੋਲ੍ਹਿਆ ਸੀ ਤਾਂ ਉੱਥੇ ਕੀ ਕੰਮ ਹੁੰਦਾ ਸੀ? ਅਤੇ ਮੇਰੇ ਦਫ਼ਤਰ ਦੇ ਵਿੱਚ ਕਿਸੇ ਨੂੰ ਟਾਈਪ ਕਰਾਉਣ ਲਈ ਵੀ ਬਾਹਰ ਨਹੀਂ ਜਾਣਾ ਪੈਂਦਾ, ਕਿਸੇ ਨੂੰ ਫੋਟੋ ਸਟੇਟ ਕਰਾਉਣ ਲਈ ਵੀ ਬਾਹਰ ਨਹੀਂ ਜਾਣਾ ਪੈਂਦਾ, ਕਿਸੇ ਨੂੰ ਕਾਗਜ਼ ਪੱਤਰ ਲੈਣ ਲਈ ਬਾਹਰ ਨਹੀਂ ਜਾਣਾ ਪੈਂਦਾ। ਅਸੀਂ ਉੱਥੇ ਉਹਦੀ ਗੱਲ ਸੁਣਦੇ ਹਾਂ, ਉਹਦੀ ਕੋਈ ਕਿਸੇ ਦੀ ਸਮੱਸਿਆ ਜਿਹੜੀ ਹੈਗੀ ਹੈ ਉਹਨੂੰ ਕਿਹਨੂੰ ਚਿੱਠੀ ਲਿਖਣੀ ਹੈ ਅਤੇ ਕਿਵੇਂ ਲਿਖਣੀ ਹੈ,
ਉਹ ਮੈਂ ਆਪਣੇ ਤਜਰਬੇ ਤੋਂ ਚੰਗੀ ਤਰ੍ਹਾਂ ਜਾਣਦਾ ਤੇ ਉਸ ਤਜਰਬੇ ਦਾ ਫਾਇਦਾ ਲੋਕਾਂ ਨੂੰ ਹੋ ਰਿਹਾ ਹੈ ਤੇ ਉਸ ਤਰ੍ਹਾਂ ਦੇ ਅਸੀਂ ਕੰਮ ਬਹੁਤ ਹਾਈ ਕਰਾਏ ਨੇ। ਕਮਾਂਡ ਹੈ ਜੋ ਉਹ ਮਨ ਬਣਾ ਚੁੱਕੀ ਹੋਈ ਹੈ ਕਿ ਸਿੱਧੂ ਨੂੰ ਹੀ ਮਾਨਸਾ ਤੋਂ ਲੜਾਉਣਾ। ਨਹੀਂ, ਇਹ ਕੋਈ ਜ਼ਰੂਰੀ ਨਹੀਂ। ਜਿਸ ਤਰ੍ਹਾਂ ਦੇ ਹੁਣ ਮਾਹੌਲ ਪੈਦਾ ਹੋ ਗਿਆ, ਮੈਨੂੰ ਤਾਂ ਲੱਗਦਾ ਨਹੀਂ ਵੀ ਹੁਣ ਵੀ ਜੇ ਮਾਹੌਲ ਕੀ ਹੈ? ਮਾਹੌਲ ਤੁਸੀਂ ਦੇਖ ਹੀ ਰਹੇ ਹੋ, ਤੁਸੀਂ ਆਪ ਹੀ ਪਹਿਲਾਂ ਮੈਨੂੰ ਦੱਸਿਆ ਵੀ ਮਸਲੇ ਬਣ ਗਏ ਨੇ ਜਿਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੱਗੇ ਹੋਏ ਚਸ਼ਪਿੰਦਰ ਦੇ ਚਲੋ ਦੂਜੇ ਵੀ ਤਾਂ ਸਾਰੇ ਕੋਈ ਬੰਦਾ ਜੋ ਐਕਸੈਪਟ ਨਹੀਂ ਕੀਤਾ ਜਾ ਰਿਹਾ, ਜਿਸ ਬੰਦੇ ਨੂੰ ਪਬਲਿਕ ਪਰਸੈਪਸ਼ਨ ਹੈ ਜਿਹੜੀ ਉਹਦੇ ਅਗੇਂਸਟ ਹੈ। ਲੋਕ ਨਹੀਂ ਚਾਹੁੰਦੇ ਜਿਸ ਬੰਦੇ ਨੇ ਗਲਤ ਗਾਇਆ ਹੋਵੇ, ਗਲਤ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੋਵੇ, ਜਿਹਦੇ ਦੇਖੋ ਗੱਲ ਵਰਤਾਰੇ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਕਿਸ ਤਰ੍ਹਾਂ ਦਾ ਹੈ। ਸਾਨੂੰ ਤਾਂ ਉਮੀਦ ਸੀ ਵੀ ਉਹ ਇੱਕ ਵੈਲਵਸਟ ਬੰਦਾ ਹੋਏਗਾ, ਪੜ੍ਹਿਆ ਲਿਖਿਆ, ਵੀ ਕੋਈ ਚੱਜ ਦੀ ਸਾਨੂੰ ਮਾਨਸਾ ਦੇ ਵਿੱਚ ਕੋਈ ਸੇਧ ਦੇਏਗਾ ਸਾਡੇ ਨੌਜਵਾਨਾਂ ਨੂੰ, ਆਉਣ ਵਾਲੀ ਪੀੜ੍ਹੀ ਨੂੰ। ਪਰ ਮੇਰੇ ਖਿਆਲ 'ਚ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹੋਣ, ਜਿਨ੍ਹਾਂ ਨੇ ਗਾਇਆ ਇਸ ਤਰ੍ਹਾਂ ਦਾ ਹੋਵੇ, ਮੈਨੂੰ ਨਹੀਂ ਲੱਗਦਾ ਵੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੋਈ ਫਾਇਦਾ ਪਹੁੰਚਾ ਰਹੇ ਹਾਂ, ਬਲਕਿ ਨੁਕਸਾਨ ਹੈ। ਸਾਨੂੰ ਚਾਹੀਦੇ ਹੈ। ਕਹਿੰਦੇ ਗੀਤ ਤਾਂ ਮੈਂ ਚੰਗੇ ਵੀ ਗਾਏ ਆ 295, ਇਹ ਗਾਇਆ ਕਿਸਾਨਾਂ ਦੇ ਹੱਕ ਦੇ ਲਈ ਗਾਇਆ, ਬਾਪੂ ਦੇ ਉੱਤੇ ਗੀਤ ਗਾਇਆ, ਮਾਤਾ ਦੇ ਉੱਤੇ ਗੀਤ ਗਾਇਆ, ਪਰ ਉਹ ਗੀਤਾਂ ਦੇ ਉੱਤੇ ਗੱਲ ਕਿਉਂ ਨਹੀਂ ਹੁੰਦੀ? ਨਹੀਂ, ਉਹ ਗੀਤਾਂ ਤੇ ਗੱਲ ਤਾਂ ਆਪਾਂ ਦੂਜਿਆਂ ਦੀ ਵੀ ਨਹੀਂ ਕਰਦੇ, ਬਟ ਐਟ ਦੀ ਸੇਮ ਟਾਈਮ ਉਹ ਤਾਂ ਤੁਸੀਂ ਬਾਡੀ ਲੈਂਗੁਏਜ ਦੇਖ ਲਓ, ਉਹਦੇ ਉੱਤੇ ਬਾਹਾਂ ਤੇ ਬਣਾਏ ਟੈਟੂ ਦੇਖ ਲਓ, ਉਹਦੀ ਜਿਹੜੀ ਗੱਲ ਕਰਨ ਦੀ ਸ਼ੈਲੀ ਦੇਖ ਲਓ। ਜੇ ਉਹਨੇ ਜਿਹੜਾ ਗਾਇਆ ਤਾਂ AK-47 ਹੱਥ 'ਚ ਫੜਨ ਵੀ ਤਾਂ ਉਸੇ ਨੇ ਸਿਖਾਤੀ ਨਾ ਉਹ ਨੌਜਵਾਨਾਂ ਨੂੰ, ਤੇ ਉਹਦੇ ਕੇਸ ਵੀ ਤਾਂ ਰਜਿਸਟਰ ਹੋਏ ਨੇ, ਉਹ ਵੀ ਤਾਂ ਦੇਖਣੇ ਚਾਹੀਦੇ ਲੋਕਾਂ ਨੂੰ। ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਪਾਰਟੀ ਕੋਈ ਵਧੀਆ ਫੈਸਲਾ ਕਰੂਗੀ ਜੇ ਟਿਕਟ ਸਿੱਧੂ ਮੂਸੇਵਾਲੇ ਨੂੰ ਦਿੱਤੀ ਜਾਂਦੀ ਹੈ। ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ ਤੁਹਾਡੇ ਕੋਲੋਂ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਸਿੱਧੂ ਦੀ ਐਂਟਰੀ ਹੁੰਦੀ ਹੈ, ਨਾਜਰ ਸਿੰਘ ਮਾਨਸ਼ਾਹੀਆ ਹੋਰਾਂ ਦੇ ਜੋ ਬੋਲ ਸੀਗੇ ਸ਼ਹਿਦ ਵਰਗੇ ਮਿੱਠੇ ਸੀਗੇ। ਨਹੀਂ ਦੇਖੋ, ਅੱਜ ਬਹੁਤ ਕੌੜੇ ਨੇ। ਨਹੀਂ ਕੌੜੇ ਨਹੀਂ ਹੈ। ਮੈਂ ਆਪਣੇ ਵੱਲੋਂ ਸੱਭਿਅਕ ਭਾਸ਼ਾ 'ਚ ਤੇ ਸੱਭਿਅਕ ਤਰੀਕੇ ਨਾਲ ਗੱਲ ਕਰ ਰਿਹਾ। ਜੇ ਥੋੜਾ ਜਿਹਾ ਇਹ ਹੈ ਵੀ ਤੁਹਾਡਾ ਕੈਮਰਾ ਦੂਰ ਹੈ, ਮੈਂ ਸੋਚਦਾ ਵੀ ਸ਼ਾਇਦ ਉੱਥੇ ਤੱਕ ਆਵਾਜ਼ ਨਾ ਪਹੁੰਚਦੀ ਹੋਵੇ, ਤਾਂ ਉਹ ਟੋਨ ਥੋੜੀ ਜਿਹੀ ਉੱਚੀ ਕੀਤੀ ਹੋਈ ਹੈ, ਤਾਂ ਇਟ ਡਜ਼ਨਟ ਮੀਨ ਵੀ ਮੈਂ ਕੋਈ ਕੌੜੇ ਬੋਲ ਰਿਹਾ। ਬੋਲ ਤਾਂ ਮੇਰੇ ਉਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦਾ ਮੈਂ ਜੇ ਹੌਲੀ ਬੋਲਾਂ ਇਹ ਚੀਜ਼ ਤਾਂ ਉਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੈਗੀਆਂ, ਹਾਂਜੀ, ਉਹਦੇ ਜੋ ਮਾਨਸਾ ਹੈ ਉਹ ਹੌਟ ਸੀਟ ਬਣੀ ਹੋਈ ਹੈ। ਜੇ ਸਿੱਧੂ ਨੂੰ ਸੀਟ ਇੱਥੋਂ ਮਿਲਦੀ ਹੈ, ਟਿਕਟ ਇੱਥੋਂ ਮਿਲਦੀ ਹੈ, ਤੇ ਮਾਨਸਾ ਦਾ ਭਵਿੱਖ ਕੀ ਹੈ? ਇਸ ਸੀਟ ਦਾ ਭਵਿੱਖ ਕੀ ਹੈ? ਪੰਜਾਬ ਵਿਧਾਨ ਸਭਾ ਚੋਣਾਂ ਦਾ ਭਵਿੱਖ ਕੀ ਹੈ? ਮੈਨੂੰ ਲੱਗਦਾ ਵੀ ਲੋਕਾਂ ਨੂੰ ਸਾਡੇ ਮਾਨਸਾ ਹਲਕੇ ਦੇ ਨੂੰ ਨਾ ਇੱਕ ਆਦਤ ਬਣ ਗਈ ਹੈ ਵੀ MLA ਦੇ ਦਫ਼ਤਰ ਜਦੋਂ ਮਰਜ਼ੀ ਜਾਓ, ਸਾਨੂੰ ਉੱਥੋਂ ਕੋਈ ਸਹੂਲਤ ਮਿਲੇਗੀ, ਸਾਨੂੰ ਕੋਈ ਮਦਦ ਹੋਏਗੀ। ਨੰਬਰ 2, MLA ਸਾਹਿਬ ਬੈਠੇ ਮਿਲ ਜਾਣਗੇ। ਮੈਨੂੰ ਮੈਜੋਰਿਟੀ ਲੋਕ 80% ਵਾਂਗੂ ਤਾਂ ਫੋਨ ਕਰਕੇ ਆਉਂਦੇ ਨੇ ਵੀ ਤੁਸੀਂ ਦਫ਼ਤਰ ਬੈਠੇ ਹੋ, ਅਸੀਂ ਤੁਹਾਨੂੰ ਮਿਲਣਾ ਹੈ। ਤਾਂ ਕਿ ਮੈਂ ਵੀ ਇਹ ਮਹਿਸੂਸ ਕਰਦਾ, ਮੈਂ ਖਿਆਲ ਰੱਖਦਾ ਵੀ ਕਿਸੇ ਨੂੰ ਆ ਕੇ ਗੇੜਾ ਮਾਰ ਕੇ ਮੁੜਨਾ ਨਾ ਪਵੇ, ਤੇ ਜਦੋਂ ਆਉਣ ਉਹਨਾਂ ਦਾ ਕੋਈ ਗੱਲ ਸੁਣਨ ਵਾਲਾ ਮੂਹਰੇ ਬੈਠਾ ਹੋਵੇ, ਉਹਨਾਂ ਦੀ ਮਦਦ ਕਰਨ ਵਾਲਾ। ਮੈਂ ਉਸ ਤਰ੍ਹਾਂ ਦਾ ਮਾਹੌਲ ਮਾਨਸਾ 'ਚ ਦੇ ਚੁੱਕਿਆ, ਤੇ ਮੈਨੂੰ ਤਾਂ ਹੁਣ ਵੀ ਪਤਾ ਲੱਗਦਾ ਹੈ ਵੀ ਲੋਕ ਜਾਂਦੇ ਨੇ ਮਿਲਣ ਕਰਨੀਓ, ਕਈ ਵਾਰੀ ਘੰਟਾ ਵੇਟ ਵੀ ਕਰਨੀ ਪੈ ਜਾਂਦੀ ਹੈ, ਤੇ ਕਈ ਵਾਰੀ ਮਿਲਦੇ ਵੀ ਨਹੀਂ। ਕਈ ਵਾਰੀ ਪਬਲਿਕ ਜਾਂਦੇ ਨੇ, ਮੈਂ ਪਬਲਿਕ ਜਾਣਾ, ਮੈਨੂੰ ਜਿਹੜਾ ਮਰਜ਼ੀ ਗੱਲ ਕਰ ਲੈਂਦਾ, ਉਹਨਾਂ ਨੂੰ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਿਸੇ ਨੂੰ ਮਿਲਿਆ ਕਰੇ ਕਿ ਨਹੀਂ ਕਰਿਆ ਕਰੇਗਾ, ਜਿਹਦੇ ਨਾਲ ਇੰਨੀ ਸਿਕਿਉਰਿਟੀ, ਆਪਦੇ ਹੱਥ 'ਚ ਪਿਸਤੌਲ ਤੇ ਹੋਰ ਸਾਰਾ ਕੁਝ ਲੈ ਕੇ ਤੁਰਨਾ ਪਵੇ। ਕੀ ਤੁਸੀਂ ਸਮਝਦੇ ਵੀ ਲੋਕਾਂ ਲਈ ਅਪਰੋਚੇਬਲ ਹੋ ਸਕਦਾ ਇਹ ਜਿਹਾ ਲੀਡਰ? ਜਾਂ ਉਹਦੀ ਉਮਰ ਮੁਤਾਬਕ, ਜਾਂ ਉਹਨੇ ਜੋ ਉਹਦਾ ਬੈਕਗਰਾਊਂਡ ਹੈਗੀ ਹੈ ਉਹਦੇ ਮੁਤਾਬਕ ਤਜਰਬਾ ਇਸ ਤਰ੍ਹਾਂ ਦਾ ਰੱਖਦਾ ਹੈ ਉਹ, ਜਿਹਦੇ ਨਾਲ ਲੋਕਾਂ ਦੇ ਰੋਜ਼ਮਰਰਾ ਦੇ ਮਸਲੇ ਹੱਲ ਹੋ ਸਕਣ? ਇਹ ਚੀਜ਼ਾਂ ਨਹੀਂ ਹੁੰਦੀਆਂ। ਗਾਉਣਾ ਵਜਾਉਣਾ ਗੱਲ ਅਲੱਗ ਚੀਜ਼ ਹੁੰਦੀ ਹੈ, ਪਰ ਪਬਲਿਕ ਦੇ ਵਿੱਚ ਨੁਮਾਇੰਦਾ ਹੋ ਕੇ ਵਿਚਰਨਾ ਉਹ ਅਲੱਗ ਗੱਲ ਹੁੰਦੀ ਹੈ। ਕਿਉਂਕਿ ਨੁਮਾਇੰਦਿਆਂ ਵਾਲੇ ਗੁਣ ਇੱਕ ਗਾਇਕ ਦੇ ਵਿੱਚ ਨਹੀਂ ਹੋ ਸਕਦੇ, ਕਿਉਂਕਿ ਨੁਮਾਇੰਦਾ ਜਿਹੜਾ ਕੋਈ ਵੀ ਹੈ, ਚਾਹੇ ਉਹ ਨੁਮਾਇੰਦਾ ਤੁਹਾਡਾ ਇੱਕ ਪੰਚਾਇਤ ਮੈਂਬਰ ਹੋਵੇ, ਚਾਹੇ ਸਰਪੰਚ ਹੋਵੇ, ਚਾਹੇ ਉਹ ਕਿਸੇ ਬੋਡੀ ਦਾ ਕੋਈ ਸੰਮਤੀ ਦਾ, ਕੋਈ ਜ਼ਿਲ੍ਹਾ ਪ੍ਰੀਸ਼ਦ ਦਾ, ਜਾਂ MLA ਵੀ ਹੋਵੇ, ਤੁਹਾਡੀ ਕਮੇਟੀ ਹੈਗੀ ਆ ਉਹਦਾ, ਚਾਹੇ MC ਹੈ, ਕੋਈ ਪ੍ਰਧਾਨ ਹੈ, ਉਹਨਾਂ 'ਚ 3 ਕੁ ਗੁਣ ਮੇਰੇ ਮੁਤਾਬਕ ਜਿਹਦਾ ਵੀ ਪਬਲਿਕ ਨਾਲ ਵਾਹ ਪੈਂਦਾ ਹੈ, ਇਹ ਬਹੁਤ ਜ਼ਰੂਰੀ ਨੇ। ਇੱਕ ਜਨਤਾ ਦੀ ਪਹੁੰਚ 'ਚ ਹੋਣਾ, ਨੰਬਰ 2 ਦਿਆਨਤਦਾਰ ਹੋਣਾ, ਨੰਬਰ 3 ਜਿਹੜੇ ਲੋਕੀ ਕੋਈ ਆਉਂਦੇ ਨੇ ਉਹਨਾਂ ਦੇ ਵਿੱਚ ਕਈ ਲੋਕ ਕਮਜ਼ੋਰ ਹੁੰਦੇ ਨੇ ਸਰੀਰਕ ਪੱਖੋਂ, ਕਈ ਲੋਕ ਗਰੀਬ ਹੁੰਦੇ ਨੇ, ਤਾਂ ਉਹਨਾਂ ਨਾਲ ਕੋਈ ਥੋੜ੍ਹਾ ਮੋਟਾ ਉਹਨਾਂ ਦੀ ਹਮਦਰਦੀ ਨਾਲ ਗੱਲ ਸੁਣਨ ਦਾ ਮਾਦਾ ਹੋਣਾ ਇਹ ਜ਼ਰੂਰੀ ਹੈ। ਅਤੇ ਇਹ ਜਿਸ ਤਰ੍ਹਾਂ ਦਾ ਉਹਨਾਂ ਦਾ ਰਿਹਾ ਵੀ ਲੋਕਾਂ ਨੂੰ, ਜਿਹੜੇ ਬੱਚਿਆਂ ਨੂੰ ਕੋਈ ਸ਼ੌਕ ਹੁੰਦਾ ਹੈ ਨਾ ਵੀ ਇੱਕ ਸੈਲੀਬ੍ਰਿਟੀ ਕੋਲ ਅਸੀਂ ਜਾਣਾ ਅਤੇ ਫੋਟੋ ਖਿਚਾਉਣੀ ਹੈ, ਅਤੇ ਉਹਨਾਂ ਨੂੰ ਵੀ ਸਿਫਾਰਿਸ਼ਾਂ ਕਰਵਾਉਣੀਆਂ ਪੈਣ, ਫੋਟੋ ਖਿਚਾਉਣ ਵਾਸਤੇ ਵੀ ਮਿਲਣ ਲਈ ਵੀ ਸਿਫਾਰਿਸ਼ਾਂ ਕਰਵਾਉਣੀਆਂ ਪੈਣ, ਮੈਂ ਨਹੀਂ ਸਮਝਦਾ ਵੀ ਇਸ ਤਰ੍ਹਾਂ ਦਾ ਬੰਦਾ ਲੋਕਾਂ ਦਾ ਨੁਮਾਇੰਦਾ ਹੋ ਕੇ ਜੋ ਵਿਚਰੂਗਾ, ਉਹ ਜਿਹੜੀ ਇੱਕ ਗੱਲ ਜ਼ਰੂਰਤ ਹੁੰਦੀ ਹੈ ਕਿਸੇ ਲੋਕਾਂ ਦੇ ਨੁਮਾਇੰਦੇ 'ਚ ਹੋਣੀ ਚਾਹੀਦੀ ਹੈ ਵੀ ਉਹ 'ਤੇ ਉਹ ਖਰਾ ਉਤਰ ਸਕੂਗਾ। ਮਾਨਸਾ ਦੇ ਮੁੱਦੇ ਹੈਗੇ ਕੀ ਹੈ? ਮਾਨਸਾ
ਹੁਣ ਜੋ ਖਬਰਾਂ ਦੇ ਵਿੱਚ ਬਣਿਆ ਹੋਇਆ ਦੋ ਨੌਜਵਾਨਾਂ ਦੇ ਕਰਕੇ ਬਣਿਆ ਹੋਇਆ, ਲੇਕਿਨ ਅਸਲੀ ਮੁੱਦੇ ਕੀ ਹੈ ਮਾਨਸਾ ਦੇ? ਹਾਂ, ਉਹ ਤਾਂ ਕੋਈ ਇਸ਼ੂ ਨਹੀਂ ਹੈ, ਖੈਰ ਠੀਕ ਹੈ, ਉਹਨਾਂ ਦੀ ਆਪਸੀ ਬੋਲ ਬੁਲਾਰਾ ਹੈਗਾ ਜਾਂ ਕੋਈ ਹੋਰ ਹੈ, ਉਹਨਾਂ ਨੂੰ ਆਪਣੇ ਆਪ ਸਮਝ ਜਾਣਾ ਚਾਹੀਦਾ, ਪਾਰਟੀ ਨੂੰ ਸਮਝਾ ਦੇਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੀ ਗਤੀਵਿਧੀ ਨਾਲ ਕੋਈ ਵੀ ਕਰੇ ਪਾਰਟੀ ਦਾ ਨੁਕਸਾਨ ਹੁੰਦਾ ਹੈ। ਪਾਰਟੀ 'ਚ ਸਮਝਾਏਗਾ ਕੌਣ? ਸਿੱਧੂ ਪਾਰਟੀ ਸਿੱਧੂ ਸਾਹਿਬ ਤਾਂ ਆਪ ਹਾਈ ਕਮਾਂਡ ਹੈਗੀ ਹੈ ਜੋ, ਚਲੋ ਠੀਕ ਹੈ, ਉਹਨਾਂ ਨੂੰ ਇਹਨਾਂ ਨੂੰ ਤਾਂ ਕਹਿਣੀ ਚਾਹੀਦਾ ਜੋ ਸਾਹਮਣੇ ਆਉਂਦੀ ਹੈ ਗੱਲ, ਕੀ ਹਮਲੇ ਕਰਦੇ ਨਹੀਂ ਕਰਦੇ, ਚਲੋ ਉਹਦਾ ਵੀ ਫਾਇਦਾ ਨੁਕਸਾਨ ਪਾਰਟੀ ਨੂੰ ਵੀ ਹੋਣਾ, ਸਿੱਧੂ ਸਾਹਿਬ ਨੂੰ ਵੀ ਹੋਣਾ, ਉਹ ਕੋਈ ਗੱਲ ਨਹੀਂ ਹੈ। ਬਟ ਐਟ ਦੀ ਸੇਮ ਟਾਈਮ ਮੁੱਦੇ ਤਾਂ ਮਾਨਸਾ ਦੇ ਕੀ, ਸਾਰੇ ਪੰਜਾਬ ਦੇ ਕੀ, ਸਾਰੇ ਦੇਸ਼ ਦੇ ਇਹੀ ਹੁੰਦੇ ਆ ਵੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੀ ਗਵਰਨੈਂਸ ਹੈ ਉਹਦੇ ਨਾਲ ਲੋਕਾਂ ਨੂੰ ਰੋਜ਼ਮਰਾ ਦੇ ਕੰਮਾਂ 'ਚ ਰਾਹਤ ਮਿਲ ਰਹੀ ਹੈ। ਜੇ ਉਹਨਾਂ ਨੂੰ ਛੋਟੇ ਛੋਟੇ ਕੰਮਾਂ ਲਈ ਰਿਸ਼ਵਤਾਂ ਦੇਣੀਆਂ ਪੈਂਦੀਆਂ, ਧੱਕੇ ਖਾਣੇ ਪੈਂਦੇ ਨੇ, ਤਾਂ ਫਿਰ ਕਾਹਦੀ ਗਵਰਨੈਂਸ ਹੈ? ਮੁੱਦਾ ਤਾਂ ਸਭ ਤੋਂ ਵੱਡਾ ਇਹ ਹੈ। ਉਦੋਂ ਬਾਅਦ ਜੇ ਇਹ ਚੀਜ਼ਾਂ ਨਾ ਹੋਣ ਵੀ ਲੋਕ ਆਪਦੀ ਜ਼ਿੰਮੇਵਾਰੀ, ਚੁਣੇ ਹੋਏ ਨੁਮਾਇੰਦੇ ਤੇ EMPLOYE ਲੋਕ ਜਿਹੜੇ ਸਰਕਾਰੀ ਖਜ਼ਾਨਾ 'ਚੋਂ ਤਨਖਾਹਾਂ ਲੈਂਦੇ ਨੇ, ਚਾਹੇ ਉਹ ਕਲਰਕ ਹੋਵੇ, ਚਾਹੇ DC ਹੋਵੇ, ਚਾਹੇ ਸੈਕਟਰੀ ਹੋਵੇ, ਚਾਹੇ ਉੱਪਰ ਕੈਬਨਿਟ ਸੈਕਟਰੀ ਤੱਕ, ਜੇ ਉਹ ਦੇ ਵਿੱਚ ਇਹੀ ਚੀਜ਼ਾਂ ਹੋਣ ਵੀ ਲੋਕਾਂ ਨੂੰ ਮਿਲ ਵੀ ਸਕਦੇ ਹੋਣ, ਪਹੁੰਚ ਦੇ ਵਿੱਚ ਹੋਣ, ਤੇ ਦਿਆਨਤਦਾਰ ਵੀ ਹੋਣ, ਤੇ ਹਮਦਰਦੀ ਵਾਲਾ ਵਤੀਰਾ ਵੀ ਰੱਖਦੇ ਹੋਣ ਪਬਲਿਕ ਨਾਲ, ਤਾਂ ਫਿਰ ਕੁਦਰਤੀ ਤੌਰ 'ਤੇ ਸੁਰਗ ਬਣਨ ਲੱਗਿਆ। ਧਰਤੀ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾ। ਸਾਡੀਆਂ ਜਿਹੜੀਆਂ ਇਹ ਪ੍ਰੋਬਲਮਾਂ ਨੇ, ਰਿਸ਼ਵਤਖੋਰੀ, ਦੇਰੀ ਨਾਲ ਉਹ ਕਰਨਾ, ਲੋਕਾਂ ਨੂੰ ਨਿਆਂ ਨਾ ਦੇਣਾ, ਅਸਲ ਪ੍ਰੋਬਲਮ ਤਾਂ ਇਹ ਨੇ। ਬਾਕੀ ਜਦੋਂ ਇਹ ਖਤਮ ਹੋ ਜਾਣਗੀਆਂ, ਬਾਕੀ ਤਾਂ ਜਿਹੜੇ ਮੁੱਦੇ ਆਪਾਂ ਨੂੰ ਲੱਗਦਾ ਨਾ, ਚਾਹੇ ਐਜੂਕੇਸ਼ਨ ਨਾਲ ਸੰਬੰਧਿਤ ਨੇ, ਚਾਹੇ ਹੈਲਥ ਨਾਲ ਸੰਬੰਧਿਤ ਨੇ, ਚਾਹੇ ਸਾਫ ਸਫਾਈ ਨਾਲ ਸੰਬੰਧਿਤ ਨੇ, ਇਹ ਤਾਂ ਆਪਣੇ ਆਪ 'ਚ ਹੱਲ ਹੋ ਜਾਣਗੇ ਜੋ ਲੋਕਾਂ ਦੀ ਨੀਤ ਸਾਫ਼ ਹੋਏਗੀ। ਤੇ ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ, ਕੋਈ ਫੰਡਾਂ ਦੀ ਗੱਲ ਨਹੀਂ ਹੁੰਦੀ। ਇਸ ਕਰਕੇ ਇਹ ਤਾਂ ਜਿਹੜੀ ਡਿਵੈਲਪਮੈਂਟ ਹੈਗੀ ਹੈ ਉਹ ਬਠਿੰਡੇ ਵੀ ਉਹੀ ਚਾਹੀਦੀ ਹੈ, ਉਹ ਮਾਨਸਾ 'ਚ ਵੀ ਉਹੀ ਚਾਹੀਦੀ ਹੈ, ਉਹ ਭੀਖੀ 'ਚ ਵੀ ਚਾਹੀਦੀ ਹੈ, ਸੁਨਾਮ 'ਚ ਵੀ ਚਾਹੀਦੀ ਹੈ, ਸਾਰਿਆਂ ਨੂੰ ਚਾਹੀਦੀ ਹੈ, ਕੋਈ ਐਂ ਤਾਂ ਨਹੀਂ ਇਕੱਲੇ ਮਾਨਸਾ ਵਾਲਿਆਂ ਨੂੰ ਚਾਹੀਦੀ ਹੈ। ਇਸ ਕਰਕੇ ਉਸ ਤਰ੍ਹਾਂ ਦੀ ਡਿਵੈਲਪਮੈਂਟਸ ਤਾਂ ਹੀ ਜ਼ਿਆਦਾ ਹੋਣਗੀਆਂ ਜੇ ਗਵਰਨੈਂਸ ਸਾਡੀ ਠੀਕ ਹੋਊਗੀ। ਜਸਪਿੰਦਰ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਉਹ ਕਹਿੰਦਾ ਕਿ ਮੇਰਾ ਬੂਥ ਲੈਵਲ ਤੋਂ ਲੈ ਕੇ ਉੱਪਰ ਤੱਕ ਜੋ ਹੈਗਾ ਲੋਕਾਂ ਦੇ ਵਿੱਚ ਇੱਕ ਪਹਿਚਾਣ ਬਣੀ ਹੋਈ ਹੈ। ਮੈਂ ਕੋਵਿਡ ਦੇ ਟਾਈਮ ਦੇ ਵਿੱਚ ਵੀ ਬਾਹਰ ਨਿਕਲਿਆ, ਲੋਕਾਂ ਦੀ ਮਦਦ ਕੀਤੀ ਹੈ, ਲੋਕਾਂ ਦੇ ਨਾਲ ਖੜਾ ਹੋਇਆ ਮੋਢੇ ਨਾਲ ਮੋਢਾ ਜੋੜ ਕੇ। ਜਸਪਿੰਦਰ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਸਿੱਧੂ ਦੇ ਬਾਰੇ ਤਾਂ ਤੁਸੀਂ ਇੱਕ ਰਾਏ ਰੱਖਦੇ ਹੋ, ਜਸਪਿੰਦਰ ਦੇ ਬਾਰੇ ਕੀ ਰਾਏ ਹੈ? ਦੇਖੋ, ਯੂਥ ਕਾਂਗਰਸ ਦਾ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਹੈ, ਉਹ ਆਪਣੇ ਵੱਲੋਂ ਕਲੇਮ ਕਰਦਾ ਹੈ ਵਧੀਆ ਕੰਮ ਕੀਤਾ ਹੈ ਕਰੋਨਾ ਜਾਂ ਕੋਈ ਹੋਰ ਹੈ, ਪਰ ਕਰੋਨਾ ਦੇ ਦੌਰਾਨ ਸਰਕਾਰ ਵੀ ਲੱਗੀ ਹੋਈ ਸੀ, ਸਾਰੀ ਪੋਲੀਟੀਕਲ ਸਿਸਟਮ ਵੀ ਲੱਗਿਆ ਹੋਇਆ ਸੀ। ਕਿਸੇ ਇੱਕ ਬੰਦੇ ਦਾ ਰੋਲ ਨਹੀਂ ਹੁੰਦਾ, ਕਿਸੇ ਨੂੰ ਕੋਈ ਕਹਿ ਲਓ ਵੀ ਮੌਕਾ ਵੱਧ ਮਿਲ ਜਾਂਦਾ, ਘੱਟ ਮਿਲ ਜਾਂਦਾ। ਮੈਂ ਆਪ ਜਿਹੜੀ ਮਤਲਬ ਕਿ ਕੋਵਿਡ ਦੇ ਦੌਰਾਨ ਜਿਹੜਾ ਜੈਨਰਿਕ ਦਵਾਈਆਂ ਦੀ ਲੈ ਕੇ ਗੱਡੀ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਸੀ ਤਾਂ ਕਿ ਲੋਕਾਂ ਨੂੰ ਵੰਡੀਆਂ ਜਾਣ। ਅਸੀਂ ਕਈ ਪਿੰਡਾਂ ਦੇ ਵਿੱਚ ਦਵਾਈਆਂ ਵੰਡ ਕੇ ਆਏ ਹਾਂ, ਕਈ ਥਾਂ ਅਸੀਂ ਕਿੱਟਾਂ ਵੀ ਵੰਡੀਆਂ, ਤੇ ਉਹ ਵੀ ਹਾਲ ਚਾਲ ਜਾਣਨ ਲਈ ਜਾਂਦੇ ਰਹੇ ਹਾਂ। ਤੇ ਉਹ ਸਾਰਿਆਂ ਦੀ ਜ਼ਿੰਮੇਵਾਰੀ ਸੀ। ਅਸੀਂ ਜੇ ਕੁਛ ਅਸੀਂ ਕੀਤਾ, ਮੰਨ ਲਓ, ਸਾਨੂੰ ਅਹਿਸਾਨ ਤਾਂ ਨਹੀਂ ਕਰਨਾ ਚਾਹੀਦਾ। ਅਸੀਂ ਉਹ ਜ਼ਿੰਮੇਵਾਰੀਆਂ ਖੁਦ ਲਈਆਂ ਨੇ ਤਾਂ ਜ਼ਿੰਮੇਵਾਰੀ ਫਿਰ ਚੰਗੀ ਤਰ੍ਹਾਂ ਨਿਭਾਉਣੀ ਵੀ ਚਾਹੀਦੀ ਹੈ, ਜ਼ਿੰਮੇਵਾਰੀ ਸਮਝ ਕੇ। ਤੇ ਉਹਨੇ ਵੀ ਨਿਭਾਈ ਹੈ, ਦੂਜਿਆਂ ਨੇ ਵੀ ਨਿਭਾਈ ਹੈ। ਹੋ ਸਕਦਾ ਵੱਧ ਘੱਟ ਕਿਸੇ ਦੀ ਹੋਵੇ ਤੇ ਉਹਨੂੰ ਲੱਗਦਾ ਹੋਵੇ ਮੇਰੀ ਜ਼ਿੰਮੇਵਾਰੀ ਵੱਧ ਹੈ ਕਿਉਂਕਿ ਨੌਜਵਾਨ ਬੱਚਾ ਹੈ, ਤੇ ਚੰਗੀ ਗੱਲ ਹੈ। ਤੇ ਜਸਵਿੰਦਰ ਨੇ ਕਿਹਾ, ਕਹਿੰਦਾ ਕਿ ਸਿੱਧੂ ਦਾ ਤੇ ਮੇਰਾ ਦੋਵਾਂ ਦਾ ਡੋਪ ਟੈਸਟ ਕਰਵਾ ਕੇ ਦੇਖ ਲਓ। ਇਹ ਜੋ ਬਿਆਨ ਆਪਸ 'ਚ ਚੱਲਦੇ ਪਏ ਆ, ਡੋਪ ਟੈਸਟ ਤੱਕ ਦੀ ਗੱਲ ਕਰਤੀ ਯਾਰ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਡੋਪ ਟੈਸਟ ਕਰਾਉਣੇ ਜਾਂ ਕੋਈ ਹੋਰ ਹੈ, ਕਿਹੜੇ ਟੈਸਟ ਕਿਹਦੇ ਕਿਵੇਂ ਹੋ ਸਕਦੇ ਆ ਨਾ, ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਮੇਰੇ ਹੱਥ 'ਚ ਡੋਪ ਟੈਸਟ ਤੱਕ ਨਹੀਂ ਜਾਣਾ ਚਾਹੀਦਾ। ਇੱਕ ਬੰਦਾ ਜੇ ਤੁਹਾਨੂੰ ਕੰਫਰਟੇਬਲ ਲੱਗ ਰਿਹਾ ਖੜਾ ਜਾਂ ਕੋਈ ਹੋਰ ਹੈ, ਇਹ ਨਹੀਂ ਹੈ ਵੀ ਉਹਦਾ ਤੁਸੀਂ ਡਾਕਟਰੀ ਮਾਇਨਾ ਕਰਾਉਣ ਵਗ ਜਾਓ ਵੀ ਇਹਨੂੰ ਕੋਈ ਪ੍ਰੋਬਲਮ ਹੋ ਸਕਦੀ ਜਾਂ ਨਸ਼ਾ ਕੀਤਾ ਲੱਗਦਾ। ਜਿਹੜਾ ਹੁਣ ਇੱਥੇ ਜਿੰਨੇ ਆਪਾਂ ਬੈਠੇ ਹਾਂ, ਤੁਹਾਨੂੰ ਲੱਗਦਾ ਵੀ ਇਹਨਾਂ 'ਚੋਂ ਕਿਸੇ ਦਾ ਕੋਈ ਡੋਪ ਟੈਸਟ ਕਰਾਉਣ ਦੀ ਜ਼ਰੂਰਤ ਹੈ? ਮੇਰੇ ਖਿਆਲ 'ਚ ਆਪਣੇ ਆਪ ਹੀ ਸਾਰੇ ਸੈਂਸੀਬਲ ਬੰਦੇ ਨੇ, ਗੱਲਾਂ ਬਾਤਾਂ 'ਚੋਂ ਬੈਠਣ ਤੋਂ ਸਾਰੇ ਪਤਾ ਲੱਗ ਹੀ ਰਿਹਾ ਵੀ ਇਹਨਾਂ ਦੀ ਡੋਪ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਹੈ। ਪਰ ਜੇ ਇਹਨਾਂ ਨੂੰ ਕਦੇ ਉਸ ਤਰ੍ਹਾਂ ਦੇ ਵਿੱਚੋਂ ਲੰਘਣਾ ਪਵੇ ਤਾਂ ਮੈਨੂੰ ਐਂ ਦੱਸੋ, ਡੋਪ ਟੈਸਟ ਤਾਂ ਜੇ ਕੋਈ ਬੰਦਾ ਕਿਸੇ ਤਰ੍ਹਾਂ ਦੀ ਦਵਾਈ ਲੈ ਰਿਹਾ ਹੋਵੇ ਤੇ ਨਸ਼ਾ ਉਹਨੇ ਸਾਰੀ ਜ਼ਿੰਦਗੀ ਨਾਲ ਕੀਤਾ ਹੋਵੇ, ਕੋਈ ਡੋਪ ਟੈਸਟ ਫੇਲ ਹੋ ਜਾਂਦਾ। ਤੇ ਸਾਡੇ ਸਿਸਟਮ ਦਾ ਤੁਹਾਨੂੰ ਵੀ ਪਤਾ ਹੈ ਵੀ ਡੋਪ ਟੈਸਟ ਫੇਲ ਪਾਸ ਵੀ ਹੋ ਜਾਂਦੇ ਨੇ। ਤੇ ਇਸ ਕਰਕੇ ਇਹ ਕੋਈ ਪੈਰਾਮੀਟਰ ਨਹੀਂ ਹੈ ਕਿਸੇ ਨੂੰ ਜੱਜ ਕਰਨ ਦਾ ਵੀ ਜੇ ਉਹਦਾ ਡੋਪ ਟੈਸਟ ਪਾਸ ਹੋ ਜੇ ਤਾਂ ਉਹ ਸਾਰੇ ਪੱਖੋਂ ਪਾਸ ਹੈ। ਇਹਦਾ ਮਤਲਬ ਜਿੰਨੇ ਇੱਥੋਂ ਲੈ ਕੇ ਜਾਂਦੇ ਨੇ ਡੋਪ ਟੈਸਟ ਕਰਾ ਕੇ ਸਭ ਦੇ ਪਾਸ ਹੋ ਜਾਂਦੇ ਨੇ, ਉਹ ਬਾਕੀ ਲਾਈਫ ਦੇ ਵਿੱਚ ਵੀ ਸਾਰੇ ਪਾਸੇ ਪੂਰੇ ਉਤਰਦੇ ਨੇ। ਇਸ ਕਰਕੇ ਡੋਪ ਟੈਸਟ ਇੱਕ ਅਲੱਗ ਚੀਜ਼ ਹੈਗੀ ਹੈ। ਪਰ ਜੇ ਕੋਈ ਚੈਲੰਜ ਕਰਦਾ ਹੈ, ਕਿਸੇ ਤੇ ਐਲੀਗੇਸ਼ਨ ਲਾਇਆ ਉਹਨੇ ਜਾਂ ਕੋਈ ਹੋਰ ਹੈ, ਉਹਨੇ ਉਸ ਐਕਸ਼ਨ ਦੇ ਵਿੱਚ ਰਿਐਕਸ਼ਨ ਕਰਤਾ ਤਾਂ ਰਿਐਕਸ਼ਨ ਹੋ ਹੀ ਜਾਂਦਾ ਹੁੰਦਾ। ਤੇ ਜੇ ਕਹਿ ਵੀ ਦਿੱਤਾ ਡੋਪ ਟੈਸਟ ਕਰਾਉਣਾ ਇਹ ਕਿਹੜਾ ਗੈਰ ਕਾਨੂੰਨੀ ਹੈ, ਕਰਾ ਲਵੇ। ਸਿੱਧੂ ਕਹਿ ਦੇਵੇ ਮੈਂ ਹਾਂ ਡੋਪ ਟੈਸਟ ਕਰਾਉਣ ਨੂੰ ਤਿਆਰ ਹਾਂ, ਫਿਰ ਉਹ ਮੀਡੀਆ 'ਚ ਕਿਉਂ ਕਹਿੰਦਾ ਵੀ ਹਾਂ ਜੀ ਐਂ ਤਾਂ ਮੇਰੇ 'ਚ ਵੀ ਘਾਟ ਹੋ ਸਕਦੀ ਹੈ, ਕੋਈ ਹੋ ਸਕਦੀ ਹੈ। ਤੇ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਦਾਲ 'ਚ ਕਾਲਾ ਹੈਗਾ ਹੈ। ਤੇ ਫਿਰ ਡੋਪ ਟੈਸਟ ਕਰਾ ਲੈਣਾ ਚਾਹੀਦਾ। ਜੇ ਉਹਨੇ ਕਹਿ ਵੀ ਦਿੱਤਾ ਕਿੱਡੀ ਕੁ ਗੱਲ ਹੈ ਤਾਂ ਫਿਰ ਕਰਾ ਲਵੇ।
ਵੈਸੇ ਕਾਂਗਰਸ ਪਾਰਟੀ ਦਾ ਜਿਹੜਾ ਆਪਣਾ ਸੰਵਿਧਾਨ ਹੈਗਾ ਉਹਦੇ 'ਚ ਤਾਂ ਇਸ ਚੀਜ਼ ਦੀ ਮਨਾਹੀ ਹੈ ਨਾ ਕਾਦੀ? ਕਿ ਸ਼ਰਾਬ ਨਹੀਂ ਪੀ ਸਕਦੇ ਹੋ, ਨਾਨ ਵੈਜ ਨਹੀਂ ਖਾਣਾ। ਹਾਂ, ਇਹ ਹਰੇਕ ਤੇ ਲਾਗੂ ਹੁੰਦਾ ਹੈ। ਦੇਖੋ ਬੜੀ ਸਿੱਧੀ ਜਿਹੀ ਗੱਲ ਹੈ। ਵੈਸੇ ਵੀ ਸਾਨੂੰ ਆਪਣੀ ਖਾਸ ਕਰਕੇ ਜਿਹੜੇ ਨੁਮਾਇੰਦੇ ਹੁੰਦੇ ਨੇ ਪਬਲਿਕ ਦੇ ਚੁਣੇ ਹੋਏ, ਉਹਨਾਂ ਨੂੰ ਇਹ ਜਿਹੇ ਮਿਆਰਾਂ ਤੇ ਖਰੇ ਉਤਰਨਾ ਵੀ ਚਾਹੀਦਾ ਹੈ। ਇਹ ਨਹੀਂ ਹੈ ਵੀ ਉਹ ਕਲੇਮ ਕਰਦੇ ਹੁਣ ਦਿਸਣੇ ਵੀ ਚਾਹੀਦੇ ਨੇ। ਜੇ ਇਹ ਕਹੇ ਵੀ ਮੈਂ ਕਹਾਂ ਵੀ ਮੈਂ ਤਾਂ ਸ਼ਰਾਬ ਪੀਂਦਾ ਨਹੀਂ ਤੇ ਸ਼ਾਮ ਨੂੰ ਮੈਂ ਠੇਕੇ ਕੋਲੇ ਖੜਾ ਹਾਂ ਰੋਜ਼, ਤਾਂ ਫਿਰ ਮੈਂ ਕਿਵੇਂ ਕਲੇਮ ਕਰੂੰਗਾ? ਹੁਣ ਉਸ ਪੱਖੋਂ ਜਿਹੜੀ ਮਤਲਬ ਕਿ ਪੋਲੀਟੀਕਲ ਲਾਈਫ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਬੰਦਾ ਚਾਹੁੰਦਾ ਹੈ ਵੀ ਮੈਂ ਇਹ ਮੈਨੂੰ ਜ਼ਿੰਮੇਵਾਰੀ ਦਿਓ ਤੇ ਮੈਂ ਲੋਕਾਂ ਦੀ ਸੇਵਾ ਕਰਨੀ ਹੈ, ਤਾਂ ਫਿਰ ਕੁਦਰਤੀ ਤੌਰ 'ਤੇ ਇਹਨੂੰ ਇਹੋ ਜਿਹੇ ਮਿਆਰਾਂ 'ਤੇ ਖਰਾ ਉਤਰਨਾ ਵੈਸੇ ਹੀ ਚਾਹੀਦਾ। ਡੋਪ ਟੈਸਟ ਕਿਉਂ ਹੋਣਾ ਹੀ ਚਾਹੀਦਾ। ਲੋਕ ਹੀ ਕਹਿਣ ਵੀ ਹਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ ਹੈ। ਜਿਹਦੇ ਹੁਣ ਪਰਚਾ ਹੀ ਦਰਜ ਹੋਇਆ ਹੋਵੇ AK-47 ਚਲਾਉਣ ਦਾ, ਤੇ ਉਹਨੂੰ ਸ਼ਰਾਫਤ ਦਾ ਫਿਰ ਸਰਟੀਫਿਕੇਟ ਜੇ DC ਦੇ ਦੇਵੇ ਸ਼ਰੀਫ ਬਣ ਜਾਊਗਾ। ਜੇ ਉਹ ਡੋਪ ਟੈਸਟ ਪਤਾ ਹੋਵੇ, ਰੋਜ਼ ਵੀ ਦਾਰੂ ਪੀਂਦਾ ਹੋਰ ਕਰਦਾ, ਉਹ ਡੋਪ ਟੈਸਟ ਮੈਨੇਜ ਕਰ ਲੇ, ਉਹ ਠੀਕ ਹੋ ਜਾਊਗਾ। ਇਹ ਨਹੀਂ ਹੁੰਦਾ। ਇਹ ਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਵੈਸੀ ਸੁਭਾਅ ਦਾ ਹਿੱਸਾ ਹੋਣੀਆਂ ਚਾਹੀਦੀਆਂ। ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੈਗਾ, ਕੋਈ ਇਹ ਜ਼ਰੂਰੀ ਨਹੀਂ ਹੁੰਦਾ ਕਿਹੜੀ ਪਾਰਟੀ ਦਾ, ਜਿਹਨੂੰ ਲੋਕ ਨੁਮਾਇੰਦਾ ਚੁਣਦੇ ਨੇ। ਤੇ ਨਾਲ ਲੋਕਾਂ ਨੂੰ ਵੀ ਚਾਹੀਦਾ ਵੀ ਉਹ ਇੰਨਾ ਕੁ ਖਿਆਲ ਰੱਖਣ ਵੀ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਆ ਜਾਵੇ ਜਿਨ੍ਹਾਂ ਨੂੰ ਡੋਪ ਟੈਸਟ ਦੀ ਲੋੜ ਪਵੇ। ਤੇ ਫਿਰ ਤੁਹਾਨੂੰ ਆਪ ਸਮਝਦੇ ਹੋ, ਤੇ ਬੰਦਾ ਡੋਪ ਟੈਸਟ ਕਰਾਉਣ ਤੋਂ ਮੁੱਕਰੇ, ਫਿਰ ਕਿਉਂ ਮੁੱਕਰਦਾ? ਕਰਾ ਲੈਣਾ ਚਾਹੀਦਾ। ਕੋਈ ਨਹੀਂ। ਮੈਨੂੰ ਵੀ ਦੱਸੋ, ਦਰਸ਼ਕਾਂ ਨੂੰ ਵੀ ਦੱਸੋ ਮਾਨਸਾ ਬਾਰੇ ਇੰਟਰਸਟਿੰਗ ਕੁਝ ਇਹੋ ਜਿਹਾ ਪੋਲਿਟਿਕਸ ਤੇ ਸੱਭਿਆਚਾਰ ਦੇ ਨਾਲ ਜੁੜੀ ਹੋਈ ਚੀਜ਼, ਕਿਉਂਕਿ ਤੁਸੀਂ ਪੁਰਾਣੀ ਸਿਆਸਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ। ਇਹ ਜੋ ਇੰਟਰਸਟਿੰਗ ਸੀਟ ਹੁਣ ਬਣੀ ਹੈ, ਜਾਂ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਜੋ ਬਿਆਨ ਹੁੰਦੇ ਸੀਗੇ, ਪਹਿਲੇ ਲੀਡਰ ਜਿਹੜੇ ਹੁੰਦੇ ਸੀਗੇ ਇਸ ਤਰੀਕੇ ਦੇ, ਜਿਵੇਂ ਡੋਪ ਟੈਸਟ ਵਰਗਾ ਇੱਕ ਬਿਆਨ ਆਉਂਦਾ ਸਾਹਮਣੇ, ਇਸ ਤਰੀਕੇ ਦੇ ਬਿਆਨਬਾਜ਼ੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ, ਜਾਂ ਹੁਣ ਜਿਹੜਾ ਹੈਗਾ ਮਿਆਰ ਜਿਹੜਾ ਹੈਗਾ ਇਸ ਲੈਵਲ ਤੱਕ ਆ ਗਿਆ? ਨਹੀਂ, ਕੋਈ ਇਹ ਇੰਪੋਰਟੈਂਟ ਗੱਲ ਨਹੀਂ ਹੈ ਵੀ ਕਿਸੇ ਨੇ ਕਹਿਤਾ ਵੀ ਡੋਪ ਟੈਸਟ ਕਰਾ ਲਓ, ਦੂਜਾ ਕਰਾ ਲਵੇ ਜਾਂ ਨਾ ਕਰਾਵੇ, ਐਡੀ ਕੋਈ ਗੱਲ ਨਹੀਂ ਹੈ। ਕਿਉਂਕਿ ਇਹ ਤਾਂ ਜੋ ਲੋਕ ਜੱਜ ਕਰਨਗੇ, ਬਿਨਾਂ ਡੋਪ ਟੈਸਟ ਤੋਂ ਨਹੀਂ ਲੋਕਾਂ ਨੂੰ ਪਤਾ ਲੱਗੂਗਾ ਵੀ ਕੌਣ ਕੀ ਕਰਦਾ ਨਹੀਂ ਕਰਦਾ। ਠੀਕ ਹੈ ਨਾ? ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਆਏ ਵਾਰੀ ਹੁੰਦੀਆਂ ਨੇ। ਕਈ ਵਾਰੀ ਹੋਸ਼ੀ ਬਿਆਨਬਾਜ਼ੀ ਹੋ ਜਾਂਦੀ ਹੈ। ਮੇਰੇ ਵਿਰੁੱਧ ਵੀ ਮੇਰੇ ਓਪੋਨੈਂਟਸ ਨੇ, ਜੋ ਮੈਂ ਖੜਾ ਸੀ ਪਿਛਲੇ ਵਾਰੀ ਇਲੈਕਸ਼ਨ ਦੇ ਵਿੱਚ, ਇਹ ਕੀਤਾ ਵੀ ਇਹ ਪਟਿਆਲੇ ਰਹਿੰਦਾ ਜੀ, ਕਿੱਥੇ ਰਹਿੰਦਾ ਜੀ, ਹੋਰ ਰਹਿੰਦਾ ਜੀ, ਤੇ ਇਹ ਤਾਂ ਉੱਥੇ ਚਲੇ ਜਾਊਗਾ। ਹੁਣ ਅਸੀਂ ਅੱਜ ਇੱਥੇ ਬੈਠੇ ਹਾਂ, ਸਾਡੀ ਜੱਦੀ ਪੁਸ਼ਤੀ ਜ਼ਮੀਨ 'ਚ ਘਰ ਪਾਇਆ ਹੋਇਆ, 1967 ਦਾ ਪਾਇਆ ਹੋਇਆ। ਠੀਕ ਹੈ ਨਾ? ਜੇ ਹੁਣ ਮੈਨੂੰ ਕੋਈ ਕਹੇ ਤਾਂ ਮਾਨਸਾ ਦਾ ਨਹੀਂ ਹੈ, ਮੇਰੇ 'ਚੋਂ ਹੋਸ਼ੀ ਸਿਆਸਤ ਤਾਂ ਕਹਿ ਸਕਦੇ ਹਾਂ, ਹੌਲਾਪਣ ਤਾਂ ਕਹਿ ਸਕਦੇ ਹਾਂ ਕਹਿਣ ਵਾਲੇ ਦਾ। ਤੇ ਇਹ ਨਹੀਂ ਹੈ ਵੀ ਕੋਈ ਮੇਰੀ ਗੱਲਾਂ ਹੁੰਦੀਆਂ। ਮੇਰੀ ਗੱਲਾਂ ਹੋਰ ਬੜੀਆਂ ਹੁੰਦੀਆਂ ਜਿਹੜੀ ਪਬਲਿਕ ਨੇ ਜੱਜ ਕਰਨੀਆਂ ਹੁੰਦੀਆਂ। ਉਹ ਅਸੀਂ ਆਪਣੇ ਵੱਲੋਂ ਕਲੇਮ ਨਹੀਂ ਕਰਨੀਆਂ ਹੁੰਦੀਆਂ ਵੀ ਮੈਂ ਇਸ ਤਰ੍ਹਾਂ ਦਾ, ਮੈਂ ਉਸ ਤਰ੍ਹਾਂ ਦਾ, ਤੇ ਲੋਕ ਆਪੇ ਜੱਜ ਕਰਨ। ਲੋਕਾਂ ਨੇ ਫਾਰ ਐਗਜ਼ਾਮਪਲ ਜਿਵੇਂ 5 ਸਾਲ ਪਹਿਲਾਂ ਕੁਝ ਕਹਿੰਦਾ ਵੀ ਹੋਵਾਂ, ਤਾਂ ਉਹ 5 ਸਾਲ ਦੇ ਵਿੱਚ ਲੋਕਾਂ ਨੇ ਜੱਜ ਕੀਤਾ ਹੀ ਹੋਣਾ ਵੀ ਮੈਂ ਉਸ ਮਿਆਰ 'ਤੇ ਖਰਾ ਉਤਰਿਆ ਕਿ ਨਹੀਂ ਉਤਰਿਆ। ਇੱਕ ਚੀਜ਼ ਦੱਸੋ, ਤੁਸੀਂ ਕਿਹਾ ਕਿ ਸਿਆਸਤ ਜਿਹੜੀ ਹੈਗੀ ਹੈ ਗਾਇਕਾਂ ਲਈ ਨਹੀਂ ਬਣੀ। ਇਹ ਸੋਚ ਕਿਉਂ ਹੈ? ਲੋਕ ਤਾਂ ਪ੍ਰੋਗਰੈਸਿਵ ਸੋਚ ਵੱਲ ਤੁਰਦੇ ਪਏ ਅੱਜ ਕੱਲ੍ਹ। ਉਹ ਕਹਿੰਦੇ ਕਿ ਹਾਂ ਆਰਟਿਸਟ ਵੀ ਆ ਸਕਦੇ ਸਿਆਸਤ ਦੇ ਵਿੱਚ। ਜੂਝਦਾ ਪੰਜਾਬ ਉਹਨਾਂ ਨੇ ਬਣਾ ਲਿਆ, ਬੱਬੂ ਮਾਨ ਹੋਰਾਂ ਨੇ, ਉਹਨਾਂ ਕਿਹਾ ਅਸੀਂ ਬਾਹਰੋਂ ਦੀ ਪ੍ਰੈਸ਼ਰ ਗਰੁੱਪ ਦਾ ਵੀ ਕੰਮ ਕਰਾਂਗੇ। ਕਿਸਾਨ ਆ ਗਏ ਸਿਆਸਤ ਦੇ ਵਿੱਚ ਹੁਣ ਤਾਂ। ਦੇਖੋ ਇਸ ਤਰ੍ਹਾਂ ਹੁੰਦਾ ਹੈ, ਡੈਮੋਕ੍ਰੇਸੀ ਦੇ ਵਿੱਚ ਕਿਸੇ ਦਾ ਵੀ ਆਉਣਾ ਵਰਜਿਤ ਨਹੀਂ ਹੈਗਾ ਕਾਨੂੰਨੀ ਤੌਰ 'ਤੇ, ਜਾਂ ਕੋਈ ਸੋਸ਼ਲ ਲੈਵਲ 'ਤੇ ਵੀ ਕੋਈ ਗਾਉਣ ਵਾਲਾ ਨਹੀਂ ਆ ਸਕਦਾ, ਕਿਸਾਨ ਨਹੀਂ ਆ ਸਕਦੇ, ਕੋਈ ਪੜ੍ਹਿਆ ਲਿਖਿਆ ਨਹੀਂ ਆ ਸਕਦਾ, ਜਾਂ ਕੋਈ ਹੋਰ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨਾ, ਇਹ ਮੇਰੇ ਚਰਚਾ ਦਾ ਵਿਸ਼ਾ ਨਹੀਂ ਬਣਨੀਆਂ ਚਾਹੀਦੀਆਂ। ਇਹ ਚਰਚਾ ਦਾ ਵਿਸ਼ਾ ਤਾਂ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਹੈ ਵੀ ਕੀ ਉਹਨੇ ਪਾਸ ਦੇ ਵਿੱਚ, ਜਿਹੜਾ ਬੰਦਾ ਤੁਹਾਡਾ ਨੁਮਾਇੰਦਾ ਬਣਨਾ ਚਾਹੁੰਦਾ ਹੈ ਜਾਂ ਲੋਕ ਬਣਾਉਣਾ ਚਾਹੁੰਦੇ ਨੇ, ਉਹਨੇ ਕੀਤਾ ਕੀ ਆਪਦੀ ਜ਼ਿੰਦਗੀ 'ਚ। ਜਦੋਂ ਉਹ ਕਹਿ ਲਓ ਵੀ ਬਚਪਨ ਸੀ ਕੀ ਕਰਦਾ ਸੀ, ਜਵਾਨੀ 'ਚ ਕੀ ਕਰਦਾ ਸੀ, ਉਦੋਂ ਬਾਅਦ ਜੇ ਉਹਨੂੰ ਕੋਈ ਵੀ ਕੰਮ ਕਰਨ ਦਾ ਮੌਕਾ ਮਿਲਿਆ। ਤਜਰਬਾ ਇਹ ਨਹੀਂ ਹੁੰਦਾ ਇਕੱਲਾ ਸਰਕਾਰੀ ਨੌਕਰੀ ਦਾ ਤਜਰਬਾ ਹੈ। ਜਿਹੜੇ ਲੋਕ ਹਲ ਵਾਹੁੰਦੇ ਨੇ ਉਹਨਾਂ ਦਾ ਤਜਰਬਾ ਹੈ। ਲੇਡੀਜ਼ ਜਿਹੜੀਆਂ ਘਰੇ ਰੋਟੀ ਟੁੱਕ ਦਾ ਕਰਦੀਆਂ ਜਾਂ ਕੋਈ ਹੋਰ ਕੰਮ ਕਰਦੀਆਂ ਘਰ ਦਾ, ਉਹਨਾਂ ਦਾ ਆਪਣਾ ਤਜਰਬਾ ਹੈ। ਇੱਕ ਬੰਦਾ ਦੁਕਾਨ ਚਲਾਉਂਦਾ, ਉਹਦਾ ਆਪਦਾ ਤਜਰਬਾ ਹੈ। ਇੱਕ ਵਪਾਰ ਕਰਦਾ, ਕੋਈ ਆੜ੍ਹਤੀ ਹੈ, ਕੋਈ ਡਾਕਟਰ ਹੈ, ਪ੍ਰੋਫੈਸ਼ਨਲ ਹੈ, ਉਹਦਾ ਆਪਦਾ ਤਜਰਬਾ ਹੈ। ਹਰੇਕ ਦਾ ਆਪਣਾ ਆਪਣਾ ਤਜਰਬਾ ਹੈ। ਤਾਂ ਉਸ ਤਰ੍ਹਾਂ ਦੇ ਤਜਰਬੇ 'ਚੋਂ ਆਪਾਂ ਦੇਖਣਾ ਹੁੰਦਾ ਵੀ ਜਦੋਂ ਉਹ ਪ੍ਰੋਫੈਸ਼ਨ 'ਚ ਲੱਗਿਆ ਹੋਇਆ ਸੀ, ਤਾਂ ਕੀ ਉਹਦੀਆਂ ਸੋਸ਼ਲ ਸਿਸਟਮ ਪ੍ਰਤੀ ਜਿਹੜੀ ਰਿਸਪੌਂਸੀਬਿਲਟੀਜ਼ ਹੁੰਦੀਆਂ, ਕੀ ਉਹਨੂੰ ਉਹ ਔਨਰ ਕਰਦਾ ਸੀ ਕਿ ਨਹੀਂ ਕਰਦਾ ਸੀ। ਇਹ ਚੀਜ਼ਾਂ ਹੁੰਦੀਆਂ। ਅਤੇ ਕਿਸੇ ਦੇ ਕੰਡਕਟ ਤੋਂ, ਕਾਰ ਵਿਹਾਰ ਤੋਂ ਪਤਾ ਲੱਗ ਜਾਂਦਾ ਹੁੰਦਾ ਕੌਣ ਕਿੰਨਾ ਕੁ ਸਮਾਜ ਲਈ ਐਕਸੈਪਟੇਬਲ ਹੋ ਸਕਦਾ, ਕਿਹੜਾ ਨਹੀਂ ਹੋ ਸਕਦਾ। ਪਾਰਟੀ ਦੇ ਵਿੱਚ ਚੱਲਦਾ ਕੀ ਪਿਆ? ਕੱਲ੍ਹ ਤੋਂ ਇਹ ਚਰਚਾ ਛਿੜੀ ਹੋਈ ਹੈ ਕਿ ਡਾਕਟਰ ਹਰਜੋਤ ਕਮਲ ਹੋਰਾਂ ਦੀ ਵੀ ਜਿਹੜੀ ਟਿਕਟ ਹੈਗੀ ਉਹ ਕੱਟ ਦਿੱਤੀ ਜਾਏਗੀ, ਕਿਉਂਕਿ ਮਾਲਵਿਕਾ ਸੂਦ ਜਿਹੜੇ ਹੈਗੇ ਨੇ ਮੋਗਾ 'ਚ, ਉਹਨਾਂ ਨੇ ਚੰਨੀ ਸਾਹਿਬ ਨੇ ਉਹਨਾਂ ਨੂੰ ਜੁਆਇਨਿੰਗ ਕਰਵਾਈ ਹੈ। ਇਹ ਚੱਲਦਾ ਕੀ ਹੈ ਪਾਰਟੀ ਦੇ ਵਿੱਚ? ਚੱਲਦਾ ਵੀ ਹਾਈ ਕਮਾਂਡ ਜੋ ਉੱਪਰ ਬੈਠੀ ਹੋਈ ਹੈ, ਉਹ ਕਿਸ ਬਣਾ ਦੇ ਉੱਤੇ ਟਿਕਟਾਂ ਜਿਹੜੀ ਇਸ ਵਾਰੀ ਵੰਡਣ ਜਾ ਰਹੀ ਹੈ?
ਦੇਖੋ ਕਈ ਵਾਰੀ ਨਾ ਜੀ ਉੱਪਰ ਤੱਕ ਕੋਈ ਸ਼ਾਇਦ ਇਸ ਤਰ੍ਹਾਂ ਦੀ ਪਰਸੈਪਸ਼ਨ ਬਣ ਜਾਂਦੀ ਹੈ ਵੀ ਅਸੀਂ ਆਰਟਿਸਟ ਲੈ ਆਵਾਂਗੇ ਜਾਂ ਕੋਈ ਹੋਰ ਹੈ, ਪਤਾ ਨਹੀਂ ਉਹਦੇ ਕਰਕੇ ਲੋਕ ਮਗਰ ਲੱਗ ਜਾਣਗੇ। ਹੁਣ ਲੋਕ ਪਹਿਲਾਂ ਨਾਲੋਂ ਸਿਆਣੇ ਹੋ ਚੁੱਕੇ ਨੇ, ਕਿਉਂਕਿ ਗਾਉਣਾ ਵਜਾਉਣਾ ਇੱਕ ਆਪਣਾ ਅਲੱਗ ਤਰ੍ਹਾਂ ਦਾ ਫੀਲਡ ਹੈ। ਉਹ ਕਿਸੇ ਦੀ ਚੁਆਇਸ ਹੋ ਸਕਦੀ ਹੈ, ਕਿਸੇ ਲਈ ਉਹ ਰੌਲਾ ਰੱਪਾ ਵੀ ਹੋ ਸਕਦਾ ਹੈ, ਠੀਕ ਹੈ ਨਾ। ਕਿੰਨੇ ਕੁ ਬੰਦੇ ਜਦੋਂ ਗੀਤ ਸੁਣ ਚੱਲਦਾ ਹੋਵੇ ਜਾਂ ਕੋਈ ਹੋਰ ਹੈ, ਮੈਰਿਜ ਪੈਲਸਾਂ ਚੱਲਦੇ ਆ, ਕਈ ਉਸ ਗੀਤ ਦੀ ਧੁਨ 'ਤੇ ਨੱਚ ਰਹੇ ਹੁੰਦੇ ਨੇ, ਕੋਈ ਬਾਹਰ ਬੈਠੇ ਹੁੰਦੇ ਨੇ ਵੀ ਯਾਰ ਇੱਥੇ ਰੌਲਾ ਰੱਪਾ ਹੈ, ਉਹਨਾਂ ਲਈ ਉਹ ਰੌਲਾ ਰੱਪਾ ਹੈ। ਕਿਸੇ ਨੂੰ ਇੰਜੋਇਮੈਂਟ ਦਾ ਸਾਧਨ ਹੈ, ਕਿਸੇ ਨੂੰ ਕਿਵੇਂ ਹੈ, ਕਿਸੇ ਨੂੰ ਕਿਵੇਂ ਹੈ। ਮੋਰ ਓਵਰ ਗਾਉਣਾ ਵਜਾਉਣਾ ਆਰਟਿਸਟ ਹੋਣਾ ਉਹ ਵੀ ਇੱਕ ਟਾਈਮ ਦੀ ਗੱਲ ਹੁੰਦੀ ਹੈ। ਇਹ ਤਾਂ ਨਹੀਂ ਹੈ ਵੀ ਜੇ ਤੁਹਾਨੂੰ ਫਿਲਮ ਦੇਖਣਾ ਚੰਗਾ ਲੱਗਦਾ ਤੁਸੀਂ ਲਗਾਤਾਰ ਫਿਲਮ ਹੀ ਦੇਖੀ ਜਾਂਦੇ ਹੋ ਸਕਦਾ ਤੁਸੀਂ ਹਫ਼ਤੇ ਬਾਅਦ 10 ਦਿਨਾਂ ਬਾਅਦ ਮਹੀਨੇ ਬਾਅਦ ਕੋਈ ਫਿਲਮ ਦੇਖਣ ਜਾਂਦੇ ਹੋ, ਅਤੇ ਇਹ ਤਾਂ ਨਹੀਂ ਵੀ ਤੁਸੀਂ ਜਿਹੜੀ ਮਤਲਬ ਕਿ ਤੁਹਾਡਾ ਉਸ ਤਰ੍ਹਾਂ ਦਾ ਬਣ ਗਿਆ ਵੀ ਜੀ ਆਰਟਿਸਟ ਬਣ ਗਏ ਤੁਸੀਂ ਫਿਲਮਾਂ ਦੇਖ ਕੇ। ਇਸ ਤਰ੍ਹਾਂ ਹੀ ਗਾਉਣਾ ਹੈ, ਗਾਉਣਾ ਉਹਨਾਂ ਦਾ ਪ੍ਰੋਫੈਸ਼ਨ ਹੋ ਸਕਦਾ, ਪਰ ਲੋਕਾਂ ਲਈ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਨੇ ਉਸ ਇਸ਼ੂ ਨੂੰ ਬਹੁਤੀ ਮਹੱਤਤਾ ਦੇਣੀ ਹੈ। ਨਾ ਗਾਉਣ ਵਜਾਉਣ ਅਤੇ ਸਿਆਸਤ ਦਾ ਕੋਈ ਮੇਲ ਨਹੀਂ ਹੁੰਦਾ। ਕਾਂਗਰਸ ਦੀ ਕਿਸਮਤ ਚੰਗੀ ਨਹੀਂ ਲੱਗਦੀ ਤੁਹਾਨੂੰ, ਕਿਉਂਕਿ 2 ਆਰਟਿਸਟ ਤੁਹਾਡੇ ਕੋਲ ਆਲਰੇਡੀ ਹੈਗੇ, ਸਿੱਧੂ ਸਾਹਿਬ ਵੀ ਆਰਟਿਸਟ ਹੈਗੇ, ਨਵਜੋਤ ਸਿੰਘ ਸਿੱਧੂ ਵੀ, ਇੱਧਰ ਸਿੱਧੂ ਮੂਸੇਵਾਲਾ ਆਪਣੇ ਆਪ 'ਚ ਆਰਟਿਸਟ ਹੈਗੇ ਨੇ, ਉਹ ਸਿੰਗਰ ਨੇ। ਕਾਂਗਰਸ ਪਾਰਟੀ ਦੀ ਕਿਸਮਤ ਤੁਹਾਨੂੰ ਚੰਗੀ ਨਹੀਂ ਲੱਗਦੀ? ਉਹਨਾਂ ਨੇ ਤਾਂ ਸਟੇਟਸ ਵੀ ਪਾਤਾ ਸੀਗਾ ਕਿ ਸਿੱਧੂ ਸਕੁਅਰ, ਅਸੀਂ ਤਾਂ 2 ਸਿੱਧੂ ਹੋ ਗਏ ਪਾਰਟੀ 'ਚ। ਨਹੀਂ, ਸਿੱਧੂ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ, ਫਿਰ ਉਹਨੂੰ ਵੀ ਨਾਲ ਹੀ ਰੱਖ ਲੈਂਦੇ, ਹੋ ਜਾਂਦੇ ਹੈ ਨਾ, ਸਕੇਅਰ ਦੀ ਬਜਾਏ ਵੱਧ ਹੋ ਜਾਂਦਾ ਹੈ, ਆਪ ਹੀ ਰੁਖਸਤ ਹੋ ਗਏ। ਤੇ ਸਿੱਧੂ ਦਾ ਹੋਰ ਵੀ ਉੱਥੇ ਰਹੇ ਨੇ ਇੱਥੇ, ਠੀਕ ਹੈ ਨਾ। ਰਵੀ ਸਿੱਧੂ ਵੀ ਸੀਗਾ PPSC ਦਾ ਚੇਅਰਮੈਨ, ਉਹਨੂੰ ਵੀ ਫਿਰ ਵਿੱਚ ਲੈ ਲੈਣਾ ਚਾਹੀਦਾ ਸੀ। ਇਹ ਸਿੱਧੂ ਹੋਣਾ, ਸਕੇਅਰ ਹੋਣਾ ਜਾਂ ਕੋਈ ਹੋਰ ਹੈ, ਮੇਰੇ ਖਿਆਲ 'ਚ ਇਹ ਸਮਾਜ ਨੂੰ ਜਾਤਾਂ ਪਾਤਾਂ 'ਚ ਵੰਡਣ ਦੀ ਇੱਕ ਹਰਕਤ ਤਾਂ ਹੋ ਸਕਦੀ ਹੈ, ਪਰ ਮੈਂ ਇਹ ਨਹੀਂ ਸਮਝਦਾ ਵੀ ਕਿਸੇ ਸਿੱਧੂ ਹੋਣਾ, ਕਿਸੇ ਦਾ ਮਾਣ ਹੋਣਾ, ਮਾਨਸ਼ਈਆ ਹੋਣਾ ਜਾਂ ਕੋਈ ਹੋਰ ਹੈ, ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਇਹ ਬੰਦੇ ਦਾ ਨਾਂ, ਇਹ ਚੀਜ਼ਾਂ ਪਹਿਚਾਣ ਹੁੰਦੀਆਂ ਨੇ, ਨਾ ਕਿ ਇਹ ਹੈ ਵੀ ਕੋਈ ਇਹਦੇ ਨਾਲ ਕੋਈ ਵੱਡਾ ਜਾਂ ਛੋਟਾ ਬਣ ਜਾਂਦਾ ਹੈ। ਬਥੇਰੇ ਨੇ ਜਿਹੜੇ ਜਿਨ੍ਹਾਂ ਨੂੰ ਲੋਕ ਇਹ ਜਾਣਦੇ ਵੀ ਨਹੀਂ ਉਹਨਾਂ ਦੀ ਸਬ ਕਾਸਟ ਕੀ ਹੈ, ਕਿਵੇਂ ਹੈ, ਕੌਣ ਨੇ, ਬਟ ਐਟ ਦੀ ਸੇਮ ਟਾਈਮ ਉਹਨਾਂ ਨੇ ਬਹੁਤ ਵੱਡੀਆਂ ਅਚੀਵਮੈਂਟਸ ਕੀਤੀਆਂ ਨੇ। ਇਹ ਤਾਂ ਨਹੀਂ ਹੈ ਵੀ ਜਿਨ੍ਹਾਂ ਮਗਰ ਕੋਈ ਸਿੱਧੂ ਨਹੀਂ ਲੱਗਦਾ ਜਾਂ ਮਾਣ ਨਹੀਂ ਲੱਗਦਾ ਵੀ ਉਹ ਕੁਛ ਬਣ ਹੀ ਨਹੀਂ ਸਕਦੇ। ਬੜਾ ਕੁਛ ਬਣੇ ਬੈਠੇ ਲੋਕ। ਲੱਗਦਾ ਸਿੱਧੂ ਮੂਸੇਵਾਲਾ ਜੋ ਪੰਜਾਬ ਮਾਡਲ ਦੀ ਗੱਲ ਕਰਦੇ, ਨਵਜੋਤ ਸਿੰਘ ਸਿੱਧੂ ਉਸ ਨੂੰ ਅੱਗੇ ਲੈ ਕੇ ਜਾ ਸਕਦੇ? ਸਿੱਧੂ ਮੂਸੇਵਾਲਾ ਹੈਗੀ ਉਹ ਕਾਬਲੀਅਤ ਰੱਖਦੇ, ਇੰਨੀ ਤਾਂ ਕਾਬਲੀਅਤ ਹੁੰਦੀ ਹੋਣੀ ਹੈ ਬੰਦੇ ਦੇ ਵਿੱਚ ਕਿ ਉਹ ਪੰਜਾਬ ਮਾਡਲ ਨੂੰ ਤੇ ਬਣਾ ਕੇ ਦੇ ਦਿੱਤਾ, ਸਾਹਮਣੇ ਰੱਖਤਾ ਉਹਨਾਂ ਦੇ, ਉਹਨੂੰ ਬਸ ਅੱਗੇ ਲੈ ਕੇ ਜਾਣਾ, ਤੋਰਨਾ, ਇੰਨਾ ਤਾਂ ਕਰ ਹੀ ਸਕਦੇ ਕਿ ਨਹੀਂ? ਉਹ ਵੀ ਉਹਨੇ ਜੋਗੇ ਵੀ ਨਹੀਂ ਹੈ। ਦੇਖੋ ਮੈਂ ਜਿਹੜੀ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਹੈ ਨਾ ਜੀ, ਐਕਚੁਅਲੀ ਪੰਜਾਬ ਦੀਆਂ ਨਹੀਂ ਸਾਰੇ ਹਿੰਦੁਸਤਾਨ ਦੀਆਂ 2 ਕਿਸਮ ਦੀਆਂ ਪ੍ਰੋਬਲਮਾਂ ਨੇ। ਪਹਿਲੀ ਪ੍ਰੋਬਲਮ ਉਹ ਹੈ ਵੀ ਜਦੋਂ ਅਸੀਂ ਕਿਸੇ ਫੈਸਿਲਿਟੀ ਦੀ ਗੱਲ ਕਰਦੇ ਹਾਂ ਉਹਦੇ ਲਈ ਫੰਡ ਚਾਹੀਦੇ ਹੁੰਦੇ ਨੇ, ਅਤੇ ਫੰਡ ਦਾ ਕਈ ਵਾਰ ਇਹ ਹੁੰਦਾ ਵੀ ਖਜ਼ਾਨਾ ਖਾਲੀ ਹੈ ਜੀ, ਠੀਕ ਹੈ ਨਾ। ਬਟ ਐਟ ਦੀ ਸੇਮ ਟਾਈਮ ਸਾਰੇ ਕੰਮ ਖਜ਼ਾਨੇ ਨਾਲ ਨਹੀਂ ਜੁੜੇ ਹੋਏ। ਲੋਕਾਂ ਦੀਆਂ ਰੋਜ਼ਮਰਾ ਦੀਆਂ ਜਿਹੜੀਆਂ ਲੋੜਾਂ ਨੇ ਉਹਦੇ ਵਿੱਚ ਤਾਂ ਕਈ ਵਾਰ ਇਹ ਹੁੰਦਾ ਵੀ ਲੋਕ ਸਰਕਾਰ ਨੂੰ ਪੈਸੇ ਦਿੰਦੇ ਨੇ, ਕੋਈ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ, ਕੋਈ ਡੋਪ ਟੈਸਟ ਕਰਾਉਣਾ ਹੈ, ਕੋਈ ਹੋਰ ਤਰ੍ਹਾਂ ਦੀ ਲਾਇਸੈਂਸ ਬਣਾਉਣਾ ਹੈ, ਕਿਸੇ ਨੇ ਆਪਦਾ ਕੋਈ ਜਿਵੇਂ ਹੈਗਾ ਪੰਜਾਬ ਡੋਮੀਸਾਈਲ ਸਰਟੀਫਿਕੇਟ ਹੈ, SC ਸਰਟੀਫਿਕੇਟ ਹੈ, ਇਹਦੇ ਲਈ ਖਜ਼ਾਨਾ ਚਾਹੀਦਾ। ਜਿਹੜਾ ਇਹਨਾਂ ਨੇ ਐਕਟ ਪਾਸ ਕੀਤਾ ਹੋਇਆ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਐਂਡ ਡਿਲੀਵਰੀ ਆਫ ਪਬਲਿਕ ਸਰਵਿਸ ਐਕਟ 2018, ਜਿਹਦੇ ਤਹਿਤ ਸਮਾਂ ਸੀਮਾ ਨਿਰਧਾਰਿਤ ਕੀਤੀ ਹੋਈ ਹੈ ਹਰੇਕ ਕੰਮ ਹੋਣ ਦੀ, ਵੀ ਜਿਹੜੇ ਡਿਪਾਰਟਮੈਂਟ 'ਚ ਕਿਹੜਾ ਕੰਮ ਹੈ, ਕਿੰਨੇ ਚਿਰ 'ਚ ਕਰਨਾ ਹੈ, ਕਿਹਦਾ ਕੰਮ ਕਿੰਨੇ ਚਿਰ 'ਚ ਕਰਨਾ ਹੈ, ਤਾਂ ਉਹਦੇ ਲਈ ਕੋਈ ਖਜ਼ਾਨੇ ਦੀ ਲੋੜ ਹੈ। ਉਹ ਤਾਂ ਖਜ਼ਾਨਾ ਭਰਦਾ ਹੈ ਸਮਾਂ ਸਰਕਾਰ ਦਾ। ਜੇ ਉਹ ਕੰਮਾਂ ਵਾਸਤੇ ਰਿਸ਼ਵਤਖੋਰੀ ਨਾਲ ਕੰਮ ਹੋਣ ਲੱਗ ਜਾਣ ਤਾਂ ਫਿਰ ਮਾਡਲ ਜਿਹੜਾ ਤੁਸੀਂ ਮਰਜ਼ੀ ਲਿਓ, ਚਾਹੇ ਦਿੱਲੀ ਲਿਓ, ਚਾਹੇ ਪੰਜਾਬ ਲਿਓ, ਚਾਹੇ ਹਰਿਆਣਾ ਲਿਓ, ਉਹ ਮਾਡਲਾਂ ਨਾਲ ਕੰਮ ਨਹੀਂ ਚੱਲਦਾ, ਨੀਤਾਂ ਨਾਲ ਕੰਮ ਚੱਲਦੇ ਆ। ਤੁਹਾਨੂੰ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ MLA ਬਣ ਗਏ, MP ਬਣ ਗਏ, ਇਹ ਵੀ ਸਾਡੇ ਕੋਈ ਪਾਵਰ ਹੈ, ਅਸੀਂ ਪਾਵਰ ਗੇਨ ਕਰ ਲਈ। ਇਹ ਵੱਡੀ ਰਿਸਪੌਂਸਿਬਿਲਟੀ ਹੈ, ਜ਼ਿੰਮੇਵਾਰੀ ਹੈ ਸਮਾਜ ਪ੍ਰਤੀ, ਅਤੇ ਸਮਾਜ ਨੂੰ ਦੇ ਕੰਮਕਾਰ ਤੁਸੀਂ ਉਸ ਜ਼ਿੰਮੇਵਾਰੀ ਨਾਲ ਨਹੀਂ ਆਉਂਦੇ, ਉਸ ਜ਼ਿੰਮੇਵਾਰੀ ਨਾਲ ਨਹੀਂ ਵਿਚਰਦੇ, ਤਾਂ ਸਾਰਾ ਕੁਛ ਫੇਲ ਹੈ। ਮੈਨੂੰ ਇੱਕ ਚੀਜ਼ ਦੱਸੋ, ਤੁਹਾਨੂੰ ਇੰਝ ਲੱਗਦਾ ਕਦੀ ਆਪਣੇ ਅੰਦਰ ਇਹੋ ਜਿਹੀ ਫੀਲਿੰਗ ਆਈ ਕਿ ਪਾਰਟੀ ਨੇ ਤੁਹਾਨੂੰ ਨਜ਼ਰਅੰਦਾਜ਼ ਕੀਤਾ, ਕਾਂਗਰਸ ਪਾਰਟੀ ਨੇ ਨਜ਼ਰਅੰਦਾਜ਼ ਕੀਤਾ, ਸਿੱਧੂ ਮੂਸੇਵਾਲੇ ਦੀ ਐਂਟਰੀ ਤੋਂ ਬਾਅਦ ਤੁਹਾਨੂੰ ਨਜ਼ਰਅੰਦਾਜ਼ ਕਰਤਾ, ਕਿਉਂਕਿ ਚਰਚਾ ਸਿਰਫ ਉਹਦੀ ਟਿਕਟ ਦੀ ਚੱਲਦੀ ਪਈ ਹੈ? ਦੇਖੋ, ਜਿਸ ਤੱਕ ਨਜ਼ਰਅੰਦਾਜ਼ ਦੀ ਗੱਲ ਹੈਗੀ ਹੈ ਨਾ ਜੀ, ਉਹ ਤਾਂ ਪਾਰਟੀਆਂ ਦੇ ਵਿੱਚ 100 ਤਰ੍ਹਾਂ ਦੇ ਕੰਮ ਹੁੰਦੇ ਨੇ ਜਿੱਥੇ ਆ ਕੇ ਤੁਸੀਂ ਨਜ਼ਰਅੰਦਾਜ਼ ਮਹਿਸੂਸ ਕਰਦੇ ਹੋ। ਇਹ ਠੀਕ ਹੈ ਵੀ ਸਿੱਧੂ ਮੂਸੇਵਾਲੇ ਨੂੰ ਲਿਆਏ ਹੈ ਜਾਂ ਕੋਈ ਹੋਰ ਹੈ, ਮੇਰਾ 5 ਸਾਲ ਦਾ ਕੰਮ ਜੋ ਕੀਤਾ ਹੈ, ਲੋਕਾਂ ਦੇ ਵਿੱਚ ਸੇਵਾ ਕੀਤੀ ਹੋਈ ਹੈ, ਮੈਂ ਹਰ ਪੈਰਾਮੀਟਰ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈ, ਆਪਣੀ ਸਮਰੱਥਾ ਮੁਤਾਬਕ ਹਰੇਕ ਦੇ ਕੰਮ ਆਉਣ ਦੀ ਮੇਰੀ ਇੱਛਾ ਰਹੀ ਹੈ, ਅਤੇ ਕੰਮ ਕਰਾਏ ਵੀ ਨੇ। ਤਾਂ ਫਿਰ ਉਸ ਐਂਗਲ ਤੋਂ ਕੁਦਰਤੀ ਤੌਰ 'ਤੇ ਹੈ ਆਪਾਂ ਨਜ਼ਰਅੰਦਾਜ਼ ਹੋਇਆ ਕਹਿ ਸਕਦੇ ਹੁੰਦੇ ਹਾਂ ਕਿਸੇ ਨੂੰ, ਅਤੇ ਉਹ ਕੋਈ ਇਹ ਨਹੀਂ ਹੁੰਦਾ ਵੀ ਜਦੋਂ ਟਿਕਟ ਦੇਣੀ ਹੈ ਇਕੱਲਾ ਟਿਕਟ ਨਾ ਦੇਣਾ ਹੀ ਨਜ਼ਰਅੰਦਾਜ਼ ਹੁੰਦਾ। ਹੋਰ ਵੀ ਬੜੀਆਂ ਗੱਲਾਂ ਹੁੰਦੀਆਂ ਜਿੱਥੇ ਨਜ਼ਰਅੰਦਾਜ਼ੀ ਤੁਹਾਨੂੰ ਮਹਿਸੂਸ ਹੁੰਦੀ ਹੈ, ਅਤੇ ਉਹ ਕਿਹੜੀ ਪਾਰਟੀ ਹੈ ਜਿਹ 'ਚ
ਲੋਕ ਨਜ਼ਰਅੰਦਾਜ਼ ਨਹੀਂ ਹੁੰਦੇ, ਲੀਡਰ ਨਜ਼ਰਅੰਦਾਜ਼ ਨਹੀਂ ਹੁੰਦੇ, ਵਰਕਰ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਨਜ਼ਰਅੰਦਾਜ਼ ਨਹੀਂ ਹੁੰਦੇ। ਇਕੱਲੀ ਕਾਂਗਰਸ ਨਹੀਂ, ਸਾਰੀਆਂ ਪਾਰਟੀਆਂ 'ਚ ਦੇਖੋ ਤੁਸੀਂ। ਇਹ ਤਾਂ ਸਾਡੀ ਡੈਮੋਕ੍ਰੇਸੀ ਦਾ ਜੇ ਦੇਖਿਆ ਜਾਵੇ ਹਨੇਰਾ ਪੱਖ ਹੈ, ਉਹ ਹਰੇਕ ਪਾਰਟੀ 'ਚ, ਇਕੱਲੀ ਕਾਂਗਰਸ 'ਚ ਨਹੀਂ। 2022 ਦੀਆਂ ਚੋਣਾਂ ਲੜੋਗੇ? 2022 ਦੀਆਂ ਚੋਣਾਂ ਜੇ ਪਾਰਟੀ ਜ਼ਿੰਮੇਵਾਰੀ ਦੇਗੀ, ਟਿਕਟ ਦੇ ਕੇ, ਤਾਂ ਲੜਾਂਗੇ ਜ਼ਰੂਰ। ਇਹੀ ਕਿਹੜੀ ਗੱਲ ਪਾਰਟੀ ਹੈ? ਜ਼ਿੰਮੇਵਾਰੀ ਨਹੀਂ ਦਿੰਦੀ ਫਿਰ ਆ ਮੇਰੇ ਦੋਸਤ ਮਿੱਤਰ ਬੈਠੇ ਨੇ, ਪਬਲਿਕ ਬੈਠੀ ਹੈ, ਫਿਰ ਜਿਵੇਂ ਹੁਕਮ ਕਰਨਗੇ ਉਸ ਤਰ੍ਹਾਂ ਕਰਾਂਗੇ ਫੈਸਲਾ। ਕੋਈ ਅਜਿਹੀ ਕੀ ਹੁਕਮ ਹੈ ਜੀ ਫਿਰ ਤੁਹਾਡਾ? ਬਜ਼ੁਰਗ ਬੈਠੇ ਹੋਏ ਪਿੱਛੇ ਨੇ, ਕੋ ਪੁੱਛ ਹੀ ਲੈਣੇ, ਜੇ ਪਾਰਟੀ ਨਹੀਂ ਦਿੰਦੀ ਟਿਕਟ ਫਿਰ ਕੀ ਫੈਸਲਾ ਕੀ ਹੈ? ਚੋਣ ਲੜਾਵਾਂਗੇ ਫਿਰ ਇਹਨਾਂ ਨੂੰ। ਕਿਵੇਂ ਲੜਾਓਗੇ? ਯਾਰ ਚੋਣ ਲੜਾਵਾਂਗੇ। ਹੁਣ ਮੈਂ ਨਾਲ ਦੀ ਨਾਲ ਆ ਗਿਆ। ਫੈਸਲਾ ਤਾਂ ਇਹ ਹੈ ਨਾ, ਫਿਰ ਤੁਸੀਂ ਇੰਨਾ ਚ ਉਹ ਉਧਰ ਸਿੱਧੂ ਨੇ ਕਹਿਤਾ ਆਜ਼ਾਦ ਲੜਾਵਾਂਗੇ, ਨਹੀਂ ਮੇਰਾ ਦੇਖੋ, ਇਹ ਫੈਸਲਾ ਜਿਹੜਾ ਹੈਗਾ ਇਹ ਇਹਨਾਂ ਦੀ ਵਿਚਾਰਧਾਰਾ, ਮੇਰੇ ਸਪੋਰਟਰ ਨੇ, ਮੇਰੇ ਮਿੱਤਰ ਨੇ, ਠੀਕ ਹੈ ਨਾ। ਤਾਂ ਇੰਨੇ ਬੰਦੇ ਬੈਠੇ ਨੇ, ਹੋਰ ਵੀ ਸਾਡੇ ਮਾਨਸਾ ਦੇ ਵਿੱਚ ਪਬਲਿਕ ਹੈਗੀ ਹੈ, ਪਿੰਡਾਂ ਦੇ ਵਿੱਚ ਪਬਲਿਕ ਹੈਗੀ ਹੈ, ਉਹਨਾਂ ਦੀ ਰਾਏ ਵੀ ਜਾਣੀ ਜਾਊਗੀ। ਇਹ ਮੈਜੋਰਿਟੀ ਓਪੀਨੀਅਨ ਹੁੰਦਾ, ਇਹ ਨਹੀਂ ਹੁੰਦਾ ਜੇ ਮੈਂ ਇਕੱਲਾ ਕਹਿ ਦਿਆਂ ਵੀ ਇਹ ਸਾਰੇ ਫਿਰ ਮੇਰੇ ਨਾਲ ਲੱਗ ਜਾਣਗੇ ਵੀ ਹਾਂਜੀ ਲੜੋ। ਕਈ ਬੱਚੋਂ ਐਂ ਵੀ ਤਾਂ ਹੁੰਦਾ ਪਿਆ ਨਾ, ਕਾਂਗਰਸ ਛੱਡ ਕੇ ਲੋਕੀ ਭਾਜਪਾ 'ਚ ਜਾ ਰਹੇ ਆ, ਇਹਨਾਂ ਨੂੰ ਹੈਗੀ ਤਾਂ ਤੁਸੀਂ ਬੀਜੇਪੀ ਵੱਲ ਚੱਲ ਜਾਓ। ਮੈਂ ਯਾਰ ਹੁਣ ਤੱਕ ਨਾ ਮਤਲਬ ਇਸ ਚੀਜ਼ ਦਾ ਕ੍ਰਿਟਿਕ ਰਿਹਾ ਵੀ ਡੈਮੋਕ੍ਰੇਸੀ ਦੇ ਵਿੱਚ, ਜਾਂ ਇਹ ਕਹਿ ਲਓ ਸਮਾਜ ਨੂੰ, ਸਾਡੇ ਨੂੰ ਜਿਹੜਾ RSS ਸਪਾਂਸਰਡ ਏਜੰਡੇ ਵਾਲੀਆਂ ਪਾਰਟੀਆਂ ਨੇ, ਠੀਕ ਹੈ, ਉਹਨਾਂ ਤੋਂ ਖਤਰਾ ਹੈ। ਤੇ ਫਿਰ ਮੈਂ BJP 'ਚ ਕੀ ਰਹਿਣ ਜਾਊਂਗਾ? ਠੀਕ ਹੈ ਨਾ। ਜਦੋਂ ਮੈਂ ਉਹਨਾਂ ਦਾ ਕ੍ਰਿਟਿਕ ਹਾਂ, ਮੈਂ ਉਸ ਚੀਜ਼ ਦੀ ਜਿਹੜਾ ਉਹਨਾਂ ਦੀ ਨੀਤੀਆਂ ਨੇ ਉਹਨਾਂ ਦਾ ਹਮੇਸ਼ਾ ਨਿੰਦਾ ਕਰਦਾ, ਤੇ ਫਿਰ ਕੁਦਰਤੀ ਹੈ ਫਿਰ ਮੈਂ ਜਾਣਾ ਕਾਹਦੇ ਵਾਸਤੇ ਹੈ। ਇਸ ਕਰਕੇ ਇਹ ਨਹੀਂ ਹੁੰਦਾ ਹੈ ਵੀ ਜੇ ਟਿਕਟ ਨਹੀਂ ਮਿਲੀ ਵੀ ਇਲੈਕਸ਼ਨ ਲੜਨੀ ਜ਼ਰੂਰੀ ਹੈ। ਤਾਂ ਸਮਾਜ ਦੀ ਸੇਵਾ ਕਰਨੀ ਹੈ ਤੁਸੀਂ, ਤਾਂ ਤੁਹਾਡੇ ਕੋਲ ਹੋਰ ਬਥੇਰੇ ਮੌਕੇ ਹੁੰਦੇ ਨੇ। ਹਾਂ, ਇਹ ਮੌਕਾ ਵੀ ਮੈਨੂੰ ਮੇਰੇ ਮਿੱਤਰ ਦੋਸਤ ਜਿਵੇਂ ਇਹਨਾਂ ਨੇ ਕਿਹਾ ਸਾਰੇ ਕਹਿਣਗੇ, ਤਾਂ ਫਿਰ ਇਹ ਜ਼ਿੰਮੇਵਾਰੀ ਤੋਂ ਭੱਜਿਆ ਥੋੜ੍ਹਾ ਜਾ ਸਕਦਾ ਹੈ। ਕਿਉਂਕਿ ਮੈਂ ਇਹ ਸਮਝਦਾ ਡੈਮੋਕ੍ਰੇਸੀ 'ਚ ਭਾਗ ਲੈਣਾ ਤੇ ਲੋਕਾਂ ਦੇ ਕੰਮ ਆਉਣ ਲਈ ਤਿਆਰ ਰਹਿਣਾ, ਚਾਹੇ ਉਹ ਪਾਵਰ ਗੇਨ ਕਰਕੇ, ਚਾਹੇ ਵਿਦਆਊਟ ਪਾਵਰ, ਤਾਂ ਉਹ ਇੱਕ ਵੱਡੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਜੇ ਮੈਂ ਕਹਾਂ ਨਹੀਂ ਮੈਂ ਨਹੀਂ ਇਲੈਕਸ਼ਨ ਲੜਦਾ ਜੀ, ਮੈਨੂੰ ਨਹੀਂ ਲੜਨੀ ਚਾਹੀਦੀ, ਬਥੇਰੇ ਨੇ ਜਿਹੜੇ ਲੋਕ, ਈਵਨ ਸਾਨੂੰ ਤਾਂ ਹੁਣ ਤੱਕ ਅਸੀਂ ਪੜ੍ਹਦੇ ਆਏ ਆ, ਪੜ੍ਹਾਉਂਦੇ ਆਏ ਆ, ਜਾਂ ਕੋਈ ਹੋਰ ਸੁਣਿਆ ਵੀ ਜੇ ਡੈਮੋਕ੍ਰੇਸੀ ਤਾਂ ਜਿਹੜੀ ਇਹ ਜਿਹੜਾ ਹੈਗਾ ਵੋਟਾਂ ਵਾਟਾਂ 'ਚ ਹਿੱਸਾ ਲੈਣਾ, ਇਹ ਬੜੀ ਗੰਦੀ ਗੇਮ ਹੈ ਤੇ ਇਹ ਤੋਂ ਬਚਣਾ ਚਾਹੀਦਾ। ਇਹ ਕੋਈ ਗੰਦੀ ਗੇਮ ਥੋੜ੍ਹਾ ਹੈ, ਜਿਸ ਨਾਲ ਸਾਡਾ ਲੋਕਤੰਤਰ ਦੇ ਵਿੱਚ ਸਾਡਾ ਗਵਰਨੈਂਸ ਹੁੰਦੀ ਹੈ, ਸਾਡਾ ਰਾਜ ਭਾਗ ਚੱਲਦਾ ਹੈ, ਲੋਕਾਂ ਨੂੰ ਜਿਹੜੀ ਮਤਲਬ ਇਹ ਸਹੂਲਤਾਂ ਦੇਣੀਆਂ ਹੈ, ਲੋਕਾਂ ਦਾ ਖਿਆਲ ਰੱਖਣਾ ਹਰ ਪੱਖੋਂ, ਸੁਰੱਖਿਆ ਦੇ ਐਂਗਲ ਤੋਂ ਵੀ, ਉਹਨਾਂ ਦੇ ਜਾਨ ਮਾਲ ਦੇ ਐਂਗਲ ਤੋਂ, ਹਰ ਐਂਗਲ ਤੋਂ। ਤਾਂ ਕੀ ਉਹ ਗੈਰ ਜ਼ਿੰਮੇਵਾਰਾਨਾ ਕੰਮ ਹੈ? ਉਹ ਗੰਦੀ ਗੇਮ ਹੈ। ਜਿੰਨੇ ਬੰਦੇ ਆ ਹੁਣ ਇਲੈਕਟਡ ਅਸੀਂ ਬੈਠੇ ਹਾਂ, ਸਾਡੇ MC ਸਾਹਿਬਾਨ ਬੈਠੇ ਨੇ, ਚੇਅਰਮੈਨ ਬੈਠੇ ਨੇ, ਵਾਈਸ ਚੇਅਰਮੈਨ ਮਿਊਨਿਸਪਲ ਆਪਣੇ ਮਾਰਕੀਟ ਕਮੇਟੀਆਂ ਦੇ, ਉਧਰ ਚੇਅਰਮੈਨ ਸਾਹਿਬ ਬੈਠੇ ਨੇ, ਚੁਣੇ ਹੋਏ ਸਰਪੰਚ ਸਾਹਿਬਾਨ ਬੈਠੇ ਨੇ ਪਿੱਛੇ। ਇਹਦਾ ਮਤਲਬ ਇਹ ਅਸੀਂ ਸਾਰੇ ਗੰਦੀ ਗੇਮ 'ਚ ਪਏ ਹੋਏ? ਨਹੀਂ, ਗੰਦੀ ਗੇਮ ਨਹੀਂ ਹੁੰਦੀ ਇਹ 'ਚ। ਡੈਮੋਕ੍ਰੇਸੀ 'ਚ ਮੇਰੇ ਖਿਆਲ 'ਚ ਪੜ੍ਹੇ ਲਿਖੇ ਲੋਕਾਂ ਨੂੰ, ਤਜਰਬੇਕਾਰ ਲੋਕਾਂ ਨੂੰ, ਇਮਾਨਦਾਰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਸਮਾਂ। ਇਹ ਨਹੀਂ ਹੈ ਇਹ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ। ਜੇ ਆਪਾਂ ਕਹੀਏ ਵੀ ਮੈਂ ਇਲੈਕਸ਼ਨ ਨਹੀਂ ਲੜਨੀ, ਜੇ ਤੁਹਾਨੂੰ ਮੌਕਾ ਮਿਲਦਾ ਹੈ ਕਿਸੇ ਤਰੀਕੇ ਨਾਲ ਹੀ ਮਿਲਦਾ ਹੈ, ਤਾਂ ਮੇਰੇ ਖਿਆਲ 'ਚ ਲੜ ਲੈਣੀ ਚਾਹੀਦੀ ਹੈ ਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਨਾਜਰ ਸਿੰਘ ਜੀ, ਇੱਕ ਚੀਜ਼ ਤਾਂ ਇਹ ਹੈਗੀ ਕਿ ਸਿੱਧੂ ਦਾ ਵਿਰੋਧ ਕੀਤਾ ਜਾ ਸਕਦਾ, ਸਿੱਧੂ ਨੂੰ ਕ੍ਰਿਟੀਸਾਈਜ਼ ਕੀਤਾ ਜਾ ਸਕਦਾ, ਸਿੱਧੂ ਦੀ ਆਲੋਚਨਾ ਕੀਤੀ ਜਾ ਸਕਦੀ ਹੈ ਕਿ ਸਿੱਧੂ ਦੇ ਵਿੱਚ 100 ਖਾਮੀਆਂ। ਲੇਕਿਨ ਇੱਕ ਤਰੀਕਾ ਇਹ ਵੀ ਤਾਂ ਹੋ ਸਕਦਾ ਕਿ ਤੁਸੀਂ ਉਹਦੀ ਗਾਈਡਿੰਗ ਪਾਵਰ ਬਣ ਜਾਓ, ਮਾਰਗਦਰਸ਼ਨ ਕਰਾਓ, ਕਿਉਂਕਿ ਤੁਸੀਂ ਪੁਰਾਣੇ ਸਿਆਸਤ ਨੂੰ ਜਾਣਦੇ ਹੋ। ਹੱਸ ਪੈਂਦੇ ਹੋ ਤੁਸੀਂ, ਜਿਹੜੀਆਂ ਗੱਲਾਂ ਤੇ ਹੱਸਣਾ ਹੁੰਦਾ ਤੇ ਹੱਸ ਵੀ ਪੈਂਦੇ ਹੋ। ਦੇਖੋ ਗੱਲ ਪਤਾ ਕੀ ਹੈ ਜੀ, ਮੇਰਾ ਇੱਕ ਹੈਗਾ ਆਪਣਾ ਜਿਵੇਂ ਕਹਿੰਦੇ ਨੇ ਵੀ ਅੰਦਾਜ਼ ਤੇ ਬਿਆਨ ਹੋਣਾ। ਮੈਂ ਇਹ ਹਾਸੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਜੀ, ਜਦੋਂ ਕਿ ਕਿਸੇ ਨੂੰ ਗਾਈਡ ਕਰਨਾ ਹੋਵੇ ਤੇ ਉਹ ਗਾਈਡ ਨਾ ਹੋਣਾ ਚਾਹੁੰਦਾ ਹੋਵੇ, ਤਾਂ ਫਿਰ ਉਹਨੂੰ ਗਾਈਡ ਕਰੋਗੇ ਕਿਵੇਂ? ਜੇ ਇੱਕ ਕਾਲਜ ਖੋਲ੍ਹਿਆ ਹੋਇਆ ਆਪਾਂ ਹੈ ਨਾ, ਵੀ ਉੱਥੇ ਪ੍ਰੋਫੈਸਰ ਪੜ੍ਹਾਉਣ ਲਈ ਵੀ ਰੱਖੇ ਹੋਏ ਨੇ, ਤੇ ਉੱਥੇ ਕੋਈ ਐਡਮਿਸ਼ਨ ਨਾ ਲਵੇ ਤੇ ਉਹਦੇ ਕੋਲੇ ਜਾਵੇ ਵੀ ਨਾ, ਉਹ ਤੋਂ ਗਾਈਡੈਂਸ ਲਵੇ ਨਾ, ਫਿਰ ਉਹਨੂੰ ਕਿਸੇ ਹੋਰ ਤਾਂ ਕੋਈ ਮੇਰੇ ਹਜੇ ਢੰਗ ਹੈ ਨਹੀਂ ਹੈ ਨਾ। ਹੁਣ ਤਾਂ ਠੀਕ ਹੈ, ਕਰੋਨਾ ਕਰਕੇ ਹੋ ਗਿਆ ਵੀ ਆਨਲਾਈਨ ਪੜ੍ਹਾਉਣਾ ਜੀ ਆਪਾਂ, ਪਰ ਉਹ ਅਦਰਵਾਈਜ਼ ਤਾਂ ਫਿਰ ਜੇ ਪੜ੍ਹਨ ਵਾਸਤੇ ਸਾਡੇ ਵੇਲੇ ਤਾਂ ਕਾਲਜ ਜਾਣਾ ਪੈਂਦਾ ਸੀ ਹੈ ਨਾ, ਕਲਾਸਾਂ ਵੀ ਅਟੈਂਡ ਕਰਨੀਆਂ ਪੈਂਦੀਆਂ ਸੀ, ਤੇ ਫਿਰ ਹੀ ਤੁਹਾਨੂੰ ਪੜ੍ਹਾਊਗਾ ਕੋਈ, ਉਹ ਤਾਂ ਪੜ੍ਹਾਇਆ ਨਹੀਂ ਜਾ ਸਕਦਾ। ਤੁਸੀਂ ਇੱਕ ਚੀਜ਼ ਕਹੀ, ਤੁਸੀਂ ਕਿਹਾ ਕਿ ਲੋਕ ਜਿਹੜੇ ਹੈਗੇ ਨੇ ਮਾਨਸਾ ਦੇ, ਉਹ ਜ਼ਿਆਦਾਤਰ ਸਿੱਧੂ ਦੇ ਨਾਲ ਨਹੀਂ ਹੈਗੇ ਜਾਂ ਸਿੱਧੂ ਨੂੰ ਪਸੰਦ ਨਹੀਂ ਕਰਦੇ ਪਏ। ਇਹ ਗੱਲ ਤੁਸੀਂ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਈ? ਪਹੁੰਚ ਹੀ ਰਹੀ ਆ ਥੋੜੇ ਮਾਧਿਅਮ ਜਰਾ ਦੇਖੋ। ਇਹ ਤਾਂ ਅਸੀਂ ਖੁੱਲੇ 'ਚ ਬਹਿ ਕੇ ਡਿਸਕਸ਼ਨ ਕਰ ਰਹੇ ਹਾਂ ਕਿ 4 ਦੀਵਾਰੀ ਵਾਲੀਆਂ ਮੀਟਿੰਗਾਂ ਵੀ ਹੁੰਦੀਆਂ, ਉਹਦੇ ਉਹ ਮੀਟਿੰਗ ਹੋਈ ਤੁਹਾਡੀ, ਉੱਥੇ ਗੱਲਬਾਤ ਹੋਈ? ਦੇਖੋ, ਦੋ ਚੀਜ਼ਾਂ ਹੁੰਦੀਆਂ, ਇੱਕ ਗੱਲ ਹੁੰਦੀ ਹੈ ਕਿਸੇ ਤੇ ਡਾਇਰੈਕਟ ਐਲੀਗੇਸ਼ਨ ਲਾਉਣਾ, ਇੱਕ ਹੁੰਦਾ ਹੈ ਵੀ ਪਾਰਟੀ ਨੂੰ ਜਾਂ ਆਪ ਤੋਂ ਵੱਡਿਆਂ ਨੂੰ ਜਿਹੜੀ ਤੁਹਾਡੀ ਕੋਈ ਕਮਾਂਡ ਹੈਗੀ ਹੈ, ਜਿਹੜਾ ਤੁਹਾਨੂੰ ਕਮਾਂਡ ਕਰ ਰਿਹਾ ਹੈ, ਤੁਹਾਡਾ ਸੀਨੀਅਰ ਹੈ,
ਉਹਦੇ ਧਿਆਨ 'ਚ ਕਿਸੇ ਢੰਗ ਨਾਲ ਲੈ ਕੇ ਆਉਣਾ ਵੀ ਆਪਾਂ ਨੂੰ ਚਾਹੀਦਾ ਕੀ ਹੈ। ਜੇ ਅਸੀਂ ਕਹੀਏ ਵੀ ਸਾਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ, ਇਸ ਤਰ੍ਹਾਂ ਦੇ ਨਹੀਂ ਆਉਣਾ ਚਾਹੀਦੇ, ਉਹ 'ਚ ਨਾਂ ਲੈਣਾ ਕਿਸੇ ਦਾ ਜ਼ਰੂਰੀ ਤਾਂ ਨਹੀਂ ਹੁੰਦਾ। ਬਟ ਮੈਂ ਆਪਣੇ ਵੱਲੋਂ ਮੇਲ ਭੇਜ ਕੇ ਰਾਹੁਲ ਗਾਂਧੀ ਜੀ ਦੇ ਧਿਆਨ 'ਚ ਲਿਆਂਦਾ ਹੈ ਵੀ ਸਾਡਾ ਦੇਖੋ ਬੜੀ ਸਿੱਧੀ ਜਿਹੀ ਗੱਲ ਹੈ। ਮੈਂ ਇਹ ਨਹੀਂ ਵੀ ਸਿੱਧਾ ਐਲੀਗੇਸ਼ਨ ਲਾ ਦੂੰ ਵੀ ਮੈਨੂੰ ਟਿਕਟ ਦਿਓ, ਕਿਉਂ ਦਿਓ, ਉਹਨੂੰ ਟਿਕਟ ਨਾ ਦਿਓ, ਕਿਉਂ ਨਾ ਦਿਓ, ਇਹ ਗੱਲ ਨਹੀਂ ਹੁੰਦੀ। ਮੈਂ ਇੱਕ ਬਰੋਡਰ ਪਰਸਪੈਕਟਿਵ ਦੇ ਵਿੱਚ ਉਹਨਾਂ ਨੂੰ ਚਿੱਠੀ ਵੀ ਲਿਖੀ ਹੈ, ਮੇਲ ਕੀਤੀ ਹੈ। ਉਹਦੇ ਵਿੱਚ ਮੈਂ ਆਪ ਦਾ ਇਹ ਸਲਾਹ ਦਿੱਤੀ ਹੈ ਵੀ ਸਾਨੂੰ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ ਉਹ ਜਿੱਤਣਾ ਜਾਂ ਹਾਰਨਾ ਐਡਾ ਮਾਇਨੇ ਨਹੀਂ ਰੱਖਦਾ ਜਦੋਂ ਤੱਕ ਅਸੀਂ 2024 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਸੈਂਟਰ ਦੇ ਵਿੱਚ ਜਿਹੜੀ ਪਾਵਰ ਹੈਗੀ ਹੈ ਉਹ ਕੈਪਚਰ ਕਰਨ ਦੀ ਵਿਉਂਤਬੰਦੀ ਨਹੀਂ ਕਰਦੇ। ਤਾਂ ਉਹ ਵਿਉਂਤਬੰਦੀ ਦੇ ਵਿੱਚ ਮੈਂ ਇੱਕੋ ਚੀਜ਼ ਉਹਨਾਂ ਦੇ ਧਿਆਨ 'ਚ ਲਿਆਂਦੀ ਹੈ ਵੀ ਬੀਜੇਪੀ ਤੋਂ ਪਾਵਰ ਨਾ ਤਾਂ ਪੈਸੇ ਨਾਲ ਖੋਈ ਜਾ ਸਕਦੀ ਹੈ ਕਿਉਂਕਿ ਉਹਨਾਂ ਕੋਲ ਅਥਾਹ ਪੈਸਾ, ਨਾ ਹੀ ਅਸੀਂ ਕੋਈ ਕਿਸੇ ਤਰੀਕੇ ਦੀ ਕੋਈ ਕਹ ਲਓ ਬਦਮਾਸ਼ੀ ਨਾਲ ਜਾਂ ਮਸਲ ਪਾਵਰ ਨਾਲ ਉਹਨਾਂ ਤੋਂ ਪਾਵਰ ਖੋਹ ਸਕਦੇ ਹਾਂ ਕਿਉਂਕਿ ਉਹਨਾਂ ਨੇ ਤਾਂ ਹੋਮ ਮਿਨਿਸਟਰ ਦਾ ਵੀ ਤੁਹਾਨੂੰ ਪਤਾ ਵੀ ਨਾ ਉਸ ਤਰ੍ਹਾਂ ਦਾ ਕਹਿ ਲਓ ਵੀ ਲੋਕਾਂ 'ਚ ਇੰਪਰੈਸ਼ਨ ਹੈਗਾ। ਇਹਦਾ ਨਾ ਹੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਛੜਯੰਤਰ ਰਚ ਕੇ ਜਾਂ ਕੋਈ ਹੋਰ ਹੈ ਉਹਨਾਂ ਤੋਂ ਪਾਵਰ ਖੋਹ ਸਕਦੇ ਹਾਂ। ਸਾਨੂੰ ਤਾਂ ਕਾਂਗਰਸ ਨੂੰ ਮਹਾਤਮਾ ਗਾਂਧੀ ਨੇ ਇੱਕ ਬੜੀ ਵੱਡੀ ਸਿੱਖਿਆ ਦਿੱਤੀ ਹੋਈ ਹੈ ਸੱਚ ਦੇ ਮਾਰਗ 'ਤੇ ਚੱਲਣ ਦੀ, ਸਿੰਪਲੀਸਿਟੀ ਦੀ ਤੇ ਨਾਲ ਅਹਿੰਸਕ ਰਹਿਣ ਦੀ। ਉਹ ਕਹਿੰਦੇ ਵੀ ਹਿੰਸਾਤਮਕ ਤਰੀਕੇ ਨਾਲ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਅਸੀਂ ਜੇ ਸਾਡਾ ਜਿਹੜਾ ਕਹਿ ਲਓ ਵੀ ਸ਼ੁਰੂ ਤੋਂ ਇੱਕ ਆਈਕਨ ਹੈ ਮਹਾਤਮਾ ਗਾਂਧੀ ਤੇ ਜੇ ਅਸੀਂ ਉਹਦੀ ਸੋਚ ਤੋਂ ਦੂਰ ਹੁੰਦੀ ਹੈ ਕਾਂਗਰਸ ਤਾਂ ਕਾਂਗਰਸ ਨੂੰ ਆਪਣੇ ਆਪ ਹੀ ਨੁਕਸਾਨ ਪਹੁੰਚੂਗਾ। ਇਸ ਲਈ ਜੇ 2024 'ਚ ਪਾਵਰ ਕੈਪਚਰ ਕਰਨੀ ਹੈ ਕਾਂਗਰਸ ਨੇ, ਕਾਂਗਰਸ ਨੂੰ ਵੀ ਬਚਾਉਣਾ ਤੇ ਦੇਸ਼ ਨੂੰ ਵੀ ਬਚਾਉਣਾ ਤਾਂ ਜ਼ਰੂਰੀ ਹੈ ਅਸੀਂ ਮਹਾਤਮਾ ਗਾਂਧੀ ਦੇ ਕਈਆਂ ਹੋਈਆਂ ਗੱਲਾਂ ਤੇ ਜਾਂ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਨੇ ਚਾਹੇ ਉਹ ਇਹ ਹਿੰਸਕ ਰਹਿ ਕੇ, ਚਾਹੇ ਅਸੀਂ ਸੱਚ ਦੇ ਮਾਰਗ 'ਤੇ ਚੱਲ ਕੇ, ਚਾਹੇ ਸ਼ਰਾਫਤ ਨਾਲ ਪੋਲੀਟਿਕਸ ਕਰਕੇ ਉਹਨਾਂ ਤੋਂ ਪਾਵਰ ਖੋਹ ਸਕਦੇ ਹਾਂ, ਹੋਰ ਕਿਸੇ ਤਰੀਕੇ ਨਾਲ ਖੋਹ ਨਹੀਂ ਸਕਦੇ। ਤੇ ਇਸ ਜਿਹੜੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸਮਝਦੇ ਨੇ ਪਰ ਕਿਤੇ ਨਾ ਕਿਤੇ ਉਹ ਗੁੰਮਰਾਹ ਹੋ ਜਾਂਦੇ ਨੇ। ਕੋਈ ਜਿਹੜਾ ਕੋਈ ਮਾੜਾ ਮੋਟਾ ਕਿਸ ਤਰ੍ਹਾਂ ਦੀ ਕਹਿ ਲਓ ਕਿ ਚਮਕ ਦਮਕ ਹੁੰਦੀ ਹੈ ਉਹ 'ਚ ਆ ਜਾਂਦੇ ਨੇ। ਅਦਰਵਾਈਜ਼ ਜਿਹੜਾ ਹਿੰਦੁਸਤਾਨ ਦਾ ਮਾਡਲ ਹੈ ਨਾ ਅਸਲ ਦੇ ਵਿੱਚ ਉਹ ਮਹਾਤਮਾ ਗਾਂਧੀ ਜੀ ਦੇ ਗਏ ਨੇ ਤੇ ਸਾਨੂੰ ਕਾਂਗਰਸ ਨੂੰ ਤਾਂ ਖਾਸ ਕਰਕੇ ਜਿਹੜੇ ਉਸੇ ਆਈਕਨ ਨੂੰ ਲੈ ਕੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਆ ਉਹਦੇ ਕਹਿ ਲਓ ਇਹ ਸਮਝਦੇ ਹਾਂ ਅਸੀਂ ਵੀ ਉਹਨਾਂ ਦੇ ਪੈਰੋਕਾਰ ਹਾਂ ਤਾਂ ਇਸ ਤਰ੍ਹਾਂ ਦੀ ਵਿਰਾਸਤ 'ਤੇ ਚੱਲ ਕੇ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਕਿਉਂਕਿ ਇਸ ਡੈਮੋਕ੍ਰੇਸੀ ਦੇ ਵਿੱਚ ਸ਼ਰਾਫਤ ਤੇ ਨਾਲ ਚਲੋ ਵੀ ਇਸ ਤਰ੍ਹਾਂ ਦੀ ਸੱਚ ਦਾ ਮਾਰਗ ਚੱਲਣਾ ਔਖਾ ਬੜਾ ਹੈ ਪਰ ਜੇ ਚੱਲਾਂਗੇ ਤਾਂ ਇੰਡੀਆ ਬਚੂਗਾ, ਅਦਰਵਾਈਜ਼ ਇਹ ਸਾਰਾ ਸਿਸਟਮ ਫੇਲ ਹੋ ਜਾਣਾ ਹੈ। ਤੁਸੀਂ ਤਾਂ ਸਿੱਧੂ ਮੂਸੇਵਾਲੇ ਨੂੰ ਸਿਰੋਂ ਤੋਂ ਖਾਰਜ ਹੀ ਕਰਤਾ ਇੱਕ ਹਿਸਾਬ ਦੇ ਨਾਲ ਕਿ ਸਿਆਸਤ ਦੇ ਵਿੱਚ ਆਉਣ ਦੇ ਲਈ ਹੀ ਇਜ਼ ਨਾਟ ਐਟ ਆਲ ਕੈਪੇਬਲ, ਨਹੀਂ ਆਉਣਾ ਚਾਹੀਦਾ। ਲੇਕਿਨ ਤੁਹਾਡੇ ਬਹੁਤ ਸਾਰੇ ਲੀਡਰ ਇਹ ਕਹਿੰਦੇ ਹੈਗੇ ਕਿ ਸਿੱਧੂ ਕੋਲ ਇੰਨਾ ਕੁ ਫੇਮ ਹੈਗਾ ਕਿ ਉਹਨੂੰ ਵੱਡੇ ਲੀਡਰਾਂ ਦੇ ਖਿਲਾਫ ਲੜਾਇਆ ਜਾ ਸਕੇ। ਫਿਰ ਮੈਂ ਯਾਰ ਮੇਰੀ ਇੱਕ ਚੀਜ਼ ਦੱਸੋ ਮੈਨੂੰ ਵੀ ਫੇਮ ਨਾਲ ਲੋਕਾਂ ਦੇ ਚੁੱਲ੍ਹੇ ਵੱਲਣਗੇ, ਉਹਦੀ ਫੇਮ ਉਹਦੇ ਲਈ ਜ਼ਰੂਰੀ ਹੈ। ਉਹ ਫੇਮ ਹੋ ਗਿਆ, ਉਹਦੇ ਨਾਲ ਫੇਮ ਹੋ ਕੇ ਉਹ ਫੇਮਸ ਹੋ ਕੇ ਉਹਨੇ ਆਪਦੇ ਪਰਿਵਾਰ ਲਈ ਸੋਹਣਾ ਪੈਸਾ ਕਮਾ ਲਿਆ, ਸੋਹਣੀ ਜਾਇਦਾਦ ਬਣਾ ਲਈ ਹੈ, ਉਹਦੇ ਲਈ ਹੋ ਸਕਦਾ ਹੈ ਉਹਦੀ ਫੇਮ ਉਹਦੇ ਲਈ ਕੰਮ ਕਰੇਗੀ ਪਰ ਸਾਨੂੰ ਉਹਦੀ ਫੇਮ ਦਾ ਕੀ ਫਾਇਦਾ ਹੋਏਗਾ? ਆਮ ਪਬਲਿਕ ਨੂੰ ਮੈਨੂੰ ਦੱਸੋ, ਫੇਮ ਦਾ ਕੋਈ ਫਾਇਦਾ ਹੈ? ਠੀਕ ਹੈ ਵੀ ਇੱਕ ਆਈਕਨ ਬਣ ਸਕਦਾ ਹੈ, ਉਹ ਥੋੜ੍ਹਾ ਮੋਟਾ ਗਾਉਣ ਵਜਾਉਣ ਦੇ ਵਿੱਚ ਲੋਕਾਂ ਦਾ ਮਨੋਰੰਜਨ ਕਰ ਸਕਦਾ ਹੈ ਪਰ ਯਾਰ ਸਾਡੀ ਆਉਣ ਵਾਲੀ ਪੀੜ੍ਹੀ ਲਈ ਨੌਜਵਾਨਾਂ ਨੂੰ ਕੀ ਅਸੀਂ ਰੋਲ ਮਾਡਲ ਇਸ ਤਰ੍ਹਾਂ ਦੇ ਦੇਵਾਂਗੇ? ਸਾਡੇ ਕੋਲ ਇਹ ਰੋਲ ਮਾਡਲ ਰਹਿ ਗਿਆ। ਹਾਂ, ਜਿਹੜੇ ਸਮਝਦੇ ਨੇ ਵੀ ਇਹੋ ਜਿਹੇ ਰੋਲ ਮਾਡਲ ਹੋਣੇ ਚਾਹੀਦੇ ਸਾਡੇ ਆਉਣ ਲਈ ਪੀੜ੍ਹੀ ਲਈ ਤਾਂ ਉਹ ਖੁੱਲ੍ਹ ਕੇ ਵੋਟਾਂ ਪਾਉਣ, ਜਿਤਾ ਲੈਣ ਉਹਨੂੰ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਮੈਂ ਲੈ ਕੇ ਆਉਣ ਵਾਲੇ ਵੀ ਤਾਂ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਨੇ, ਦੇਖੋ ਜੇ ਫਿਰ ਗਾਂਧੀ ਜੀ ਨੇ ਲੈ ਕੇ ਆਏ। ਦੇਖੋ ਮੇਰੀ ਗੱਲ ਸੁਣੋ, ਜੇ ਉਹ ਆਇਆ ਉਹਨਾਂ ਨੇ ਕੀ ਸੋਚ ਨਾਲ ਲੈ ਕੇ ਆਏ ਸੀ ਤੇ 1.5 ਮਹੀਨੇ ਦੀ ਜਿਹੜੀ ਕਾਰਗੁਜ਼ਾਰੀ ਦੇ ਵਿੱਚ ਜਿਹੜੀ ਉਹਦੇ ਬਿਆਨਬਾਜ਼ੀ ਤੋਂ ਮੈਂ ਬਹੁਤਾ ਖੁਸ਼ ਨਹੀਂ ਹੈਗਾ। ਮੈਨੂੰ ਨਹੀਂ ਲੱਗਿਆ ਵੀ ਇਸ ਤਰ੍ਹਾਂ ਦੇ ਸਾਡੇ ਲੀਡਰ ਹੋਣੇ ਚਾਹੀਦੇ ਆ। ਯਾਰ ਸਾਡੇ ਲੀਡਰ ਇਹੋ ਜਿਹੇ ਹੋਣੇ ਚਾਹੀਦੇ ਜਿਹਨੂੰ ਤੁਰਿਆ ਜਾਂਦਾ ਕੋਈ ਬਾਂਹ ਤੋਂ ਫੜ ਲਵੇ, ਜਿਹਨੂੰ ਆਵਾਜ਼ ਮਾਰ ਕੇ ਨਾਂ ਲੈ ਕੇ ਬੁਲਾ ਲਵੇ ਕੋਈ, ਠੀਕ ਹੈ ਨਾ, ਉਹਦੀ ਗੱਡੀ ਨੂੰ ਹੱਥ ਦੇ ਕੇ ਰੋਕ ਵੀ ਲਵੇ, ਯਾਰ 2 ਮਿੰਟ ਗੱਲ ਸੁਣ ਕੇ ਜਾਇਓ, ਸਾਡੀ ਦੁਕਾਨ 'ਤੇ ਆਓਗੇ ਤੇ ਉੱਥੇ ਗਿਆ ਨੂੰ ਕੋਈ ਪੁੱਛ ਲਵੇ, ਪਤਾ ਹੋਵੇ ਲੋਕਾਂ ਨੂੰ ਵੀ ਭਾਈ ਉੱਥੇ ਬੈਠਾ ਉਹ ਫੋਨ ਕਰਕੇ ਗੱਲ ਕਰ ਲਓ, ਉਹਦੇ ਨਾਲ ਗੱਲ ਸੁਣ ਲਵੇ ਉਹ, ਠੀਕ ਹੈ, ਗਿਆ ਦੀ ਗੱਲ ਸੁਣ ਲਵੇ ਤੇ ਉਸ ਤੋਂ ਬਾਅਦ ਕੋਈ ਬੰਦਾ
ਇਹ ਨਾ ਹੋਵੇ ਉਹਨੂੰ ਵੀ ਮੈਨੂੰ ਉੱਥੇ ਪੈਸੇ ਦੇਣੇ ਪੈਣਗੇ ਜਾਂ 10 ਬੰਦੇ ਲੈ ਕੇ ਜਾਣੇ ਪੈਣਗੇ ਤਾਂ ਮੇਰੀ ਗੱਲ ਸੁਣੀ ਜਾਊ ਜਾਂ ਕੰਮ ਹੋਊਗਾ। ਕੋਈ ਇਸ ਤਰ੍ਹਾਂ ਦੀ ਯਾਰ ਸਮਾਜ ਦੇ ਵਿੱਚ ਪਿਰਤ ਪੈਣੀ ਚਾਹੀਦੀ ਹੈ, ਨਾ ਕਿ ਗਵਈਆਂ ਦੀ ਜਾਂ ਕੋਈ ਗੁੰਡਾਪਣ ਸਾਡੀ ਪਾਰਟੀ ਦੇ ਵਿੱਚ, ਕਾਂਗਰਸ ਦੇ ਵਿੱਚ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਵੀ ਜੇ ਕੋਈ ਲੱਚਰ ਗਾਇਕੀ ਗਾਉਂਦਾ ਹੈ ਜਾਂ ਕੋਈ ਬਿਆਨਬਾਜ਼ੀ ਇਸ ਤਰ੍ਹਾਂ ਦੀ ਕਰਦੇ ਆ ਜਿਹਦੇ ਵਿੱਚ ਉਹ ਹਿੰਸਾਤਮਕ ਗੱਲਾਂ ਝਮਕਦੀਆਂ ਹੋਣ, ਤਾਂ ਇਹ ਕਹ ਲਓ ਮਹਾਤਮਾ ਗਾਂਧੀ ਦੀ ਉਹ ਇਨਸਲਟ ਕਰ ਰਿਹਾ ਕਾਂਗਰਸ 'ਚ ਰਹਿ ਕੇ। ਅੱਛਾ, ਵੱਡਾ ਬਿਆਨ ਹੈ। ਵੱਡੀ ਹੈ ਗੱਲ, ਬੜੀ ਸਿੱਧੀ ਜਿਹੀ ਹੈ। ਜੇ ਅਸੀਂ ਕਿਸੇ ਨੂੰ ਇਹ ਕਹਿਣਾ ਵੀ ਅਸੀਂ ਫੜ ਲਾਂਗੇ ਕਰ ਲਾਂਗੇ, ਗਾਂਧੀ ਜੀ ਨੇ ਤਾਂ ਸਾਨੂੰ ਇਹ ਨਹੀਂ ਚੀਜ਼ ਦੱਸੀ। ਗਾਂਧੀ ਜੀ ਨੇ ਤਾਂ ਗਾਂਧੀ ਜੀ ਤਾਂ ਕਹਿੰਦੇ ਵੀ ਇੱਕ ਤੁਹਾਡੇ ਚੱਪੜ ਬਾਰੇ ਤਾਂ ਦੂਜੀ ਗੱਲ ਮੂਹਰੇ ਕਰ ਦਿਓ, ਤੇ ਇਹ ਫਿਰ ਕਰ ਲੈਣਗੇ। ਇਹ ਕਰਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਦਾ ਸਾਨੂੰ ਥੋੜ੍ਹਾ ਮੋਟਾ ਰੱਖਣਾ ਚਾਹੀਦਾ ਵੀ ਸਾਡੇ ਆਈਕਨ ਕੌਣ ਸੀ, ਆਜ਼ਾਦੀ ਦੀ ਲੜਾਈ ਕਿਹਨੇ ਲੜੀ ਤੇ ਆਜ਼ਾਦੀ ਦਵਾਈ, ਹੋਰ ਕੀਤਾ ਸਾਰਾ ਕੁਝ। ਇਹਨਾਂ ਚੀਜ਼ਾਂ ਦਾ ਥੋੜ੍ਹਾ ਮੋਟਾ ਖਿਆਲ ਰੱਖਣਾ ਚਾਹੀਦਾ ਹੈ। ਕੀ ਸਮਝਦੇ ਹੋ ਹੁਣ ਸਿਆਸਤ ਕੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਕੀ ਹੁੰਦਾ ਪਿਆ? ਤੁਹਾਨੂੰ ਲੱਗ ਰਿਹਾ ਕਾਂਗਰਸ ਜਿੱਤ ਜਾਏਗੀ ਜਿਸ ਤਰੀਕੇ ਦੇ ਨਾਲ ਉਹ ਚੱਲਦੀ ਪਈ ਅੱਗੇ? ਗੱਲ ਲੰਕੇਸ਼ ਜੀ ਜਿੱਤ ਹਾਰ ਦੀ ਨਹੀਂ ਹੁੰਦੀ। ਸਾਨੂੰ ਚਿੰਤਾ ਇਹਨਾਂ ਚੀਜ਼ਾਂ ਦੀ ਕਰਨੀ ਚਾਹੀਦੀ ਹੈ ਵੀ ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰ ਜਾ ਰਹੇ ਆ ਦੂਜੇ ਦੇਸ਼ਾਂ ਨੂੰ, ਠੀਕ ਹੈ, ਤਾਂ ਕੋਈ ਘਾਟ ਤਾਂ ਹੈਗੀ ਹੈ ਸਾਡੇ ਸਿਸਟਮ ਦੇ ਵਿੱਚ। ਸਾਡੇ ਬੱਚੇ ਬਾਹਰ ਜਾਣਾ ਪਸੰਦ ਕਰਦੇ ਆ, ਘਰੇ ਰਹਿਣਾ ਕਿਉਂ ਨਹੀਂ ਪਸੰਦ ਕਰਦੇ? ਠੀਕ ਹੈ, ਮੇਰਾ ਤਾਂ ਜਦੋਂ ਤੋਂ ਮੈਂ ਪੜ੍ਹ ਲਿਖ ਕੇ ਨੌਕਰੀ ਦੇ ਵਿੱਚ ਜੁਆਇਨ ਕੀਤੀ ਸੀ, ਮੇਰੀ ਤਾਂ ਉਹਦੀ ਇੱਛਾ ਸੀ, ਮਨ ਦੀ ਇੱਛਾ ਸੀ ਵੀ ਮੈਂ ਰਹਾਂ ਤਾਂ ਰਿਟਾਇਰਮੈਂਟ ਤੋਂ ਬਾਅਦ ਮਾਨਸਾ ਰਹਾਂ, ਆਪਦੇ ਘਰੇ ਰਹਾਂ। ਫਿਰ ਤਾਂ ਤੁਹਾਨੂੰ ਸਿੱਧੂ ਮੂਸੇਵਾਲੇ ਦੀ ਤਾਰੀਫ ਕਰਨੀ ਚਾਹੀਦੀ ਹੈ। ਗਾਇਕ ਜਦੋਂ ਬਣ ਜਾਂਦੇ ਲੋਕ ਚੰਡੀਗੜ੍ਹ ਜਾ ਕੇ ਫਲੈਟ ਲੈ ਕੇ ਉੱਥੇ ਰਹਿ ਜਾਂਦੇ, ਕਹਿੰਦਾ ਮੈਂ ਤਾਂ ਪਿੰਡਾਂ ਚੋਂ ਨਿਕਲਿਆ ਹੀ ਨਹੀਂ, ਆਪਣੇ ਉੱਥੇ ਕੋਠੀ ਵਾਲੀ, ਉੱਥੇ ਹਵੇਲੀ ਵਾਲੀ ਆਪਣੀ। ਰਹਿਣਾ ਇੱਛਾ ਗੱਲ ਕੁਝ ਹੋਰ ਹੋ ਸਕਦੀ ਹੈ, ਬਟ ਐਟ ਦੀ ਸਾਈਂ ਲੋਕਾਂ ਦੀ ਜ਼ਿੰਮੇਵਾਰੀ ਨਾਲ ਸੇਵਾ 'ਚ ਕੰਮ ਆਉਣਾ ਉਹ ਗੱਲ ਕੁਝ ਹੋਰ ਹੁੰਦੀ ਹੈ। ਠੀਕ ਹੈ ਨਾ, ਰਹਿੰਦੇ ਤਾਂ ਸਾਰੇ ਅਸੀਂ ਮਾਨਸਾ ਦੇ ਇੱਥੇ ਹਾਂ, ਮਾਨਸਾ ਦੀ ਆਬਾਦੀ ਜਿੰਨੀ ਹੈਗੀ ਉਹ ਕਿਤੇ ਬਾਹਰ ਥੋੜ੍ਹਾ ਰਹਿੰਦੇ ਨੇ। ਪਰ ਜਿਹੜੇ ਜਦੋਂ ਬੱਚਾ ਪੜ੍ਹ ਲਿਖ ਜਾਂਦਾ ਹੈ, ਉਹਦੇ ਰੁਜ਼ਗਾਰ ਵਾਸਤੇ ਜਾਂ ਕੋਈ ਹੋਰ ਹੈ ਬਾਹਰ ਨੂੰ ਭੱਜਦਾ, ਤਾਂ ਮਾਂ ਪਿਓ ਕਿਸ ਤਰ੍ਹਾਂ ਦਾ ਪੱਥਰ ਧਰ ਕੇ ਉਹਨੂੰ ਬਾਹਰ ਭੇਜਦੇ ਹੋਣਗੇ। ਸਾਡਾ ਤਾਂ ਇਤਿਹਾਸ ਕੀ ਕਹਿੰਦਾ ਹੈ, ਰਮਾਇਣ ਕੀ ਕਹਿੰਦੀ ਹੈ ਵੀ ਦਸ਼ਰਥ ਨੇ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦੇ ਕੇ ਆ ਕੇ ਮਹਿਲ ਦੇ ਉੱਤੋਂ ਛਾਲ ਮਾਰਤੀ। ਕਿੰਨਾ ਦੁੱਖ ਲੱਗਿਆ ਹੋ ਉਹਨਾਂ ਨੂੰ ਵੀ ਮੇਰਾ ਪੁੱਤਰ ਅੱਜ ਬਨਵਾਸ ਚੱਲਿਆ। ਤੇ ਇੱਥੇ ਅੱਜ ਦੇ ਦਸ਼ਰਥ ਆਪਦੇ ਬੱਚਿਆਂ ਨੂੰ ਜਹਾਜ਼ ਚੜ੍ਹਾ ਕੇ ਪੱਕਾ ਬਨਵਾਸ ਦੀ ਕਾਮਨਾ ਕਰਦੇ ਨੇ ਵੀ ਉੱਥੇ ਜਾ ਕੇ ਪੱਕਾ ਹੋ ਜਾਏ ਇਹ। ਤੇ ਨਾਲ ਜਾਣੀ ਮਤਲਬ ਕਿ ਆ ਕੇ ਅਖੰਡ ਪਾਠ ਤੱਕ ਅਸੀਂ ਖਿਲਾਉਣੇ ਆ, ਅਸੀਂ ਖੁਸ਼ੀਆਂ ਪ੍ਰਗਟ ਕਰਦੇ ਆ ਵੀ ਸਾਡਾ ਬੱਚਾ ਬਾਹਰ ਚਲੇ ਗਿਆ ਜੀ, ਸਾਡਾ ਬੱਚਾ ਪੱਕਾ ਹੋ ਗਿਆ ਜੀ। ਤੇ ਜਿਸ ਧਰਤੀ ਤੇ, ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦੀ ਸੋਚ ਬਣ ਜੇ ਤਾਂ ਫਿਰ ਮੈਨੂੰ ਇਹ ਦੱਸ ਦਿਓ ਅਸੀਂ ਕਿਹੜੀ ਤਰੱਕੀ ਦੇ ਮਾਰਗ ਤੇ ਚੱਲ ਰਹੇ ਹਾਂ, ਕਿਹੜੇ ਵਿਕਾਸ ਦੇ ਰਸਤੇ ਤੇ ਅਸੀਂ ਚੱਲ ਰਹੇ ਹਾਂ। ਤੇ ਉਹਦੇ ਵਿੱਚ ਖਾਮੀਆਂ ਹੈਗੀਆਂ ਤਾਂ ਹੀ ਸਾਡੇ ਬੱਚੇ ਬਾਹਰ ਭੱਜ ਰਹੇ ਨੇ, ਤਾਂ ਬਾਹਰੋਂ ਇੱਥੇ ਆਉਣੇ ਲੱਗ ਜਾਣਗੇ। ਮੌਲਾਨਾ ਰੂਮੀ ਤੋਂ ਕਿਸੇ ਨੇ ਪੁੱਛਿਆ ਕਿ ਮੌਤ ਤੋਂ ਬਾਅਦ ਕਿਹੜੀ ਚੀਜ਼ ਨਾਲ ਲੈ ਕੇ ਜਾਈ ਜਾ ਸਕਦੀ ਹੈ। ਮੌਲਾਨਾ ਰੂਮੀ ਨੇ ਕਿਹਾ ਕਿ 3 ਚੀਜ਼ਾਂ ਹੁੰਦੀਆਂ, ਦੌਲਤ, ਦੋਸਤ ਤੇ ਤੁਹਾਡੇ ਅਮਲ। ਨਾ ਤਾਂ ਦੌਲਤ ਤੁਹਾਡੇ ਨਾਲ ਜਾਂਦੀ ਹੈ ਜਦੋਂ ਤੁਸੀਂ ਮਰਦੇ ਹੋ, ਨਾ ਤੁਹਾਡੇ ਦੋਸਤ ਤੁਹਾਡੇ ਨਾਲ ਜਾਂਦੇ ਆ। ਦੋਸਤ ਵੀ ਤੁਹਾਡੀ ਕਬਰ ਤੱਕ ਹੀ ਜਾ ਸਕਦੇ ਆ ਨਾਲ, ਲੇਕਿਨ ਜੋ ਅਮਲ ਹੁੰਦੇ ਆ ਉਹ ਕਬਰ ਦੀ ਗਹਿਰਾਈ ਤੱਕ ਜਾਂਦੇ ਆ। ਅਮਲ ਚੰਗੇ ਰੱਖੋਗੇ ਤਾਂ ਦੁਨੀਆ ਤੁਹਾਨੂੰ ਪਸੰਦ ਕਰੇਗੀ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀਗੇ ਰਵਨੀਤ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।